ਕਾਫੀ ਵਾਰ ਸੀਟ ਦੀ ਦਾਅਵੇਦਾਰੀ ਕੀਤੀ ਹੈ ਕਿ ਮੈਨੂੰ ਹਲਕਾ ਖੜ ਤੋਂ ਮਿਲੇ, ਮੈਨੂੰ ਕਾਂਗਰਸ ਟਿਕਟ ਦੇਵੇ। ਕਿਆ ਲੱਗਦਾ ਕਿ ਟਿਕਟ ਤੋਂ ਨਾਰਾਜ਼ ਹੋ ਕੇ ਟਿਕਟ ਨਹੀਂ ਮਿਲੀ ਤਾਂ ਕਿ ਬੀਜੇਪੀ ਜੁਆਇਨ ਕਰਨੀ ਪਈ? बड़े कारण ਬੀਜੇਪੀ ਤੁਸੀਂ ਜੁਆਇਨ ਕੀਤੀ ਹੈ, ਕਮਿਟਮੈਂਟ ਹੋਈ ਹੈ ਸੀਟ ਦੀ ਹਲਕਾ ਖੜ ਤੋਂ? ਇੰਚ ਹੈ ਕਿ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ ਕਿਉਂਕਿ ਚੌਧਰੀ ਅਰਜਨ ਸਿੰਘ ਕਾਂਸਲ ਦਾ ਵੀ ਬਹੁਤ ਵੋਟ ਬੈਂਕ ਹੈ, ਸੁਖਵਿੰਦਰ ਸਿੰਘ ਗੋਲਡੀ ਨਾਲ ਨੇ, ਤੁਸੀਂ ਵੀ ਹੋ, ਤਾਂ ਸੀਟ ਦਾ ਕਿਵੇਂ ਲੱਗਦਾ? तो ਤਾਂ ਪਹਿਲਾਂ ਹੀ ਗੀਗਾ ਜੀ ਔਰ ਜਿਸ ਆਪਣਾ ਗੋਲਡੀ ਇਹ ਸਾਰੇ ਦਾਅਵੇਦਾਰ ਨੇ। ਮੈਂ ਇੱਕੋ ਗੱਲ ਕਹੀ ਸੀ, ਮੈਂ ਕਿਹਾ ਹੱਕ ਬੰਦਾ ਹੁੰਦਾ। ਉਹ ਕਹਿੰਦੇ ਨੇ ਕਿਸਾਨਾਂ ਦੀ ਵਿਰੋਧੀ ਹੈ, ਕਹਿੰਦਾ ਬੀਜੇਪੀ, ਕਹਿੰਦਾ 600 ਤੋਂ 700 ਵੱਧ ਕਿਸਾਨ ਸ਼ਹੀਦ ਹੋਏ ਨੇ ਦਿੱਲੀ ਦੇ ਬਾਰਡਰਾਂ ਤੇ, ਕਹਿੰਦਾ ਤੁਸੀਂ ਉਹਨਾਂ ਦੇ ਚਲੇ ਗਏ। ਬੀਜੇਪੀ ਤੇ ਤੁਸੀਂ ਗਏ ਹੋ, ਲੋਕ ਹਲਕਾ ਖੜੇ ਐਕਸੈਪਟ ਕਰਨਗੇ ਤੁਹਾਨੂੰ? ਹਲਕਾ ਇੰਚਾਰਜ ਜਗਮੋਹਨ ਸਿੰਘ ਕੰਗ ਨੇ 28 ਸਾਲ ਜਿਹੜੇ ਦਾਅਵੇ ਕਰ ਰਹੇ ਨੇ, ਸੇਵਾ ਕਰ ਰਹੇ ਨੇ, ਲਖਵਿੰਦਰ ਕੌਰ ਗਰਚਾ ਬੀਬੀ ਨੂੰ ਅੱਗੇ ਨਹੀਂ ਆਣ ਦਿੱਤਾ, ਉਹੀ ਕਸੂਰਵਾਰ ਨੇ। ਉਹ ਕੌਣ ਹੁੰਦਾ ਮੈਨੂੰ ਨਾ ਅੱਗੇ ਆਉਣ ਵਾਲਾ ਦੇਣ ਵਾਲਾ? ਉਹਨੂੰ ਤਾਂ ਮੈਂ ਦੱਬ ਕੇ ਰੱਖਿਆ। ਸੀਐਮ ਚਰਨਜੀਤ ਸਿੰਘ ਚੰਨੀ ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ? ਸੀਐਮ ਚੰਨੀ ਦੇ ਕੰਮਾਂ ਦੇ ਮੈਂ ਕੋਈ ਕਮੈਂਟਸ ਨਹੀਂ ਦਊਂਗੀ ਕਿਉਂਕਿ ਉਹ ਜਨਤਾ ਨੂੰ ਪਤਾ ਹੈ ਕਿ 111 ਦਿਨਾਂ 'ਚ ਕੀ ਹੋਇਆ। ਆਏ ਹੋ ਬੀਜੇਪੀ, ਸੀਐਮ ਚੰਨੀ ਦਾ ਕੋਈ ਫੋਨ ਆਇਆ ਕਿ ਤੁਸੀਂ ਕਿਉਂ ਜਾ ਰਹੇ ਹੋ? ਉਹ ਖੜ ਦੇ ਵਿੱਚ ਜਗਮੋਹਨ ਸਿੰਘ ਕੰਗ ਦੇ ਕੀਤੇ ਹੋਏ ਕੰਮਾਂ ਤੋਂ ਕਿਹੜੇ ਤੋਂ ਖੁਸ਼ ਨਹੀਂ ਤੁਸੀਂ? ਕਿਹੜੇ ਕੰਮ ਨਹੀਂ ਕੀਤੇ? ਤੁਸੀਂ ਦੱਸ ਦਿਓ ਕਿਹੜੇ ਨਹੀਂ ਕੀਤੇ। ਮੈਂ ਤੇ ਕਹਿੰਦੀ ਕੰਮ ਕੀਤੇ ਕਿਹੜੇ ਨੇ? ਪੁੱਲ ਲਾਇਆ, ਪੜੌਲ ਵਾਲਾ ਪੁੱਲ ਲਾਇਆ, ਖਿਦਰਾਬਾਦ ਦਾ ਪੁੱਲ ਲਾਇਆ, ਮੈਂ ਇਹ ਉਹ ਕੰਢੀ ਏਰੀਏ ਦੇ ਪਿੰਡਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਨੇ, ਤੁਸੀਂ ਕਹਿੰਦੇ ਕੰਮ ਨਹੀਂ ਕੀਤੇ। ਜੇ ਜਾ ਕੇ ਹੁਣ ਮੇਰੇ ਵਰਗੀ ਨੇ ਵੀ ਜਾ ਕੇ ਮਨੀਸ਼ ਤਿਵਾੜੀ ਜੀ ਨੂੰ ਕਹਿ ਕੇ ਸੜਕਾਂ 2 ਕਰਵਾ ਲਈਆਂ ਨੇ ਤੇ ਜਾ ਕੇ ਉਹਦਾ ਸੜਕਾਂ ਤਾਂ ਉਹਨਾਂ ਨੇ ਪਾਸ ਕਰਵਾਤੀਆਂ ਨੇ ਤੇ ਉਹਨਾਂ ਨਵਾਂ ਗਰਾਊਂਡ ਦੇ ਵਿੱਚ ਵੀ ਕਈ ਕੰਮ ਕਰਵਾਤੇ ਨੇ ਕਹਿਣ ਦੇ ਉੱਪਰ। ਉਹਨਾਂ ਨੇ ਇਵਨ ਜਯੰਤੀ ਮਾਜਰੀ ਦੇ ਵਿੱਚ ਜਿਹੜੀ ਸੜਕ ਦਾ ਸੀਗਾ ਮਾਤਾ ਦੇ ਜਾਣ ਵਾਸਤੇ ਆ, ਉਹ ਵੀ ਮਨੀਸ਼ ਤਿਵਾੜੀ ਜੀ ਨੂੰ ਕਹਿ ਕੇ ਕਰਾਈ। ਜੇ ਜਾ ਕੇ ਜਦੋਂ ਰਿਬਨ ਕੱਟਣ ਦੀ ਵਾਰੀ ਤੇ ਕੰਗ ਸਾਹਿਬ ਖੜੇ ਹੋ ਜਾਂਦੇ ਨੇ ਜਾ ਕੇ। ਜੇ ਪਾਰਟੀ ਬਦਲਣ ਦੇ ਨਾਲ ਕਹਿੰਦਾ ਹਰ ਇਨਸਾਨ ਦਾ ਗਰੋਥ ਘਟ ਜਾਂਦਾ ਹੈ, ਤੁਹਾਨੂੰ ਲੱਗਦਾ ਹੀ ਘਟਿਆ ਬੀਜੇਪੀ ਚ ਆ ਕੇ? ਮੇਰਾ ਮੈਂ ਖੁਦ, ਤੁਸੀਂ ਪੱਤਰਕਾਰ ਹੋ, ਤੁਸੀਂ ਮੁੱਲਾਂਪੁਰ ਦੇ ਰਹਿਣ ਵਾਲੇ, ਤੁਸੀਂ ਦੱਸੋ ਪਹਿਲਾਂ ਮੈਨੂੰ ਕੀ ਹੈ। ਇੱਕ ਮਿੰਟ ਮੈਂ ਤੁਹਾਡੇ ਪ੍ਰਸ਼ਨ ਕਰਦੀ। ਇਹ ਤਾਂ ਸਵਾਲ ਕਰਨੇ ਨੇ ਤਾਂ ਲੋਕਾਂ ਦੇ ਸਵਾਲ ਨੇ। ਪੰਜਾਬ ਦੇ ਵਿੱਚ 2022 ਦੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਚੋਣ ਜਾਬਤਾ ਲੱਗ ਚੁੱਕਾ ਹੈ ਤੇ ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਲਗਾਤਾਰ ਆਪਣਾ ਪ੍ਰਚਾਰ ਕਰ ਰਹੀਆਂ ਨੇ। ਪਰ ਦੂਜੇ ਪਾਸੇ ਕਈ ਪਾਰਟੀਆਂ ਦੇ ਆਗੂ ਉਮੀਦਵਾਰ ਰੁੱਸ ਕੇ ਇੱਕ ਦੂਜੀ ਪਾਰਟੀ ਜਾਣ ਲੱਗੇ ਨੇ। ਤਾਂ ਇਸ ਨੂੰ ਲੈ ਕੇ ਅੱਜ ਕੱਲ੍ਹ ਬੀਜੇਪੀ ਬਹੁਤ ਚਰਚਾ ਦੇ ਵਿੱਚ ਹੈ। ਬੀਜੇਪੀ ਲਗਾਤਾਰ ਕਾਂਗਰਸ ਤੇ ਆਮ ਆਦਮੀ ਪਾਰਟੀ, ਅਕਾਲੀ ਦਲ ਦੇ ਕਈ ਵੱਡੇ ਚਿਹਰਿਆਂ ਨੂੰ ਆਪਣੇ ਵਿੱਚ ਸ਼ਾਮਲ ਕਰ ਚੁੱਕੀ ਹੈ। ਪਿਛਲੇ ਦਿਨੀ ਹਲਕਾ ਖੜ ਦੀ ਗੱਲ ਕਰਦੇ ਹਾਂ, ਲਖਵਿੰਦਰ ਕੌਰ ਗਰਚਾ ਜਿਨ੍ਹਾਂ ਦਾ ਵੱਡਾ ਵੋਟ ਬੈਂਕ ਸੀ ਕਾਂਗਰਸ ਦੇ ਵਿੱਚ, ਕਾਫੀ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਸੀ, ਬੀਜੇਪੀ ਜੁਆਇਨ ਕੀਤੀ ਹੈ। ਤਾਂ ਮੈਡਮ ਸਾਡੇ ਨਾਲ ਨੇ ਬੀਬੀ ਲਖਵਿੰਦਰ ਕੌਰ ਗਰਚਾ, ਕਿਵੇਂ ਦੇਖਦੇ ਹੋ ਕਿ ਕਾਂਗਰਸ ਦੇ ਵਿੱਚ ਬਹੁਤ ਵੱਡਾ ਚਿਹਰਾ ਸੀ, ਕਹਿੰਦੇ ਕਿ ਹਲਕਾ ਖੜ ਦੇ ਵਿੱਚ ਤੁਹਾਡੇ ਪੱਕੇ ਵੋਟਰ ਨੇ, ਕੀ ਲੋੜ ਪੈ ਗਈ ਬੀਜੇਪੀ ਜਾਣ ਦੀ? ਤਾਂ ਇਹ ਤਾਂ ਬੇਟਾ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਰਾਹੀਂ ਆਪਣੇ ਹਲਕਾ ਨਿਵਾਸੀਆਂ ਨੂੰ ਕਹਿਣਾ ਚਾਹੂੰਗੀ, ਜੋ ਵੀ ਮੈਂ ਅੱਜ ਅਗਰ ਮੈਂ ਇਸ ਪਾਰਟੀ ਦੇ ਵਿੱਚ ਆਈ ਹੈਗੀ ਹਾਂ ਬੀਜੇਪੀ ਦੇ ਵਿੱਚ, ਕਾਂਗਰਸ ਪਾਰਟੀ ਨੂੰ ਛੋੜ ਕੇ ਦਿਲ ਨੂੰ ਦੁੱਖ ਬਹੁਤ ਹੋਇਆ ਕਿ 30 ਸਾਲ ਇੱਕ ਪਾਰਟੀ ਦੇ ਵਿੱਚ ਰਹਿ ਕੇ ਕੰਮ ਕਰਕੇ ਔਰ ਉਸ ਪਾਰਟੀ ਨੂੰ ਦਿਨ ਰਾਤ ਕੰਮ ਕੀਤਾ ਉਸ ਦੇ ਵਿੱਚ ਔਰ ਛੱਡਣਾ ਪੈਂਦਾ 30 ਸਾਲ ਦੇ ਬਾਅਦ, ਬਹੁਤ ਦੁੱਖ ਹੁੰਦਾ ਹੈ। ਲੇਕਿਨ ਉਸ ਪਾਰਟੀ ਨੇ ਕਦਰ ਨਹੀਂ ਪਾਈ। ਉਸ ਪਾਰਟੀ ਨੇ ਮਤਲਬ ਕਿ ਉਹਦੇ ਵਿੱਚ ਉਹਨਾਂ ਨੇ ਆਪਣੇ ਪੁਰਾਣੇ ਬੰਦਿਆਂ ਨੂੰ ਬਿਲਕੁਲ ਅਣਗੌਲਿਆ ਕੀਤਾ, ਨਵੇਂ ਬੰਦੇ ਆ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਲੀਡਰਸ਼ਿਪ ਜਿਹੜੀ ਹੈਗੀ ਆ ਹੁਣ ਮੇਰੇ ਹਿਸਾਬ ਨਾਲ ਤਾਂ ਉੱਥੇ ਕੋਈ ਰਹੀ ਨਹੀਂ। ਪੰਜ ਉੱਥੇ ਬਣ ਗਏ ਨੇ, ਪਾਵਰ ਹਾਊਸ ਬਣ ਗਏ ਨੇ। ਅੱਗੇ ਪਾਰਟੀ ਦੇ ਅੰਦਰ ਹਮੇਸ਼ਾ ਇੱਕ ਪਾਵਰ ਹਾਊਸ ਰਹਿੰਦਾ ਜਿਹਦੇ ਵਿੱਚ ਕਿ ਤੁਸੀਂ ਮਤਲਬ ਕਿ ਉਹਦੇ ਅੰਡਰ ਸਾਰੇ ਕੰਮ ਕਰਦੇ ਹੋ, ਸਾਰਾ ਹੁੰਦਾ। ਹੁਣ ਤਾਂ ਇਹ ਲੱਗ ਰਿਹਾ ਕਿ ਵੀ ਇੱਕ ਦੇ ਕੋਲ ਚਲੇ ਗਏ ਤਾਂ ਦੂਜਾ ਨਾਰਾਜ਼ ਹੈ, ਦੂਜੇ ਕੋਲ ਚਲੇ ਗਏ ਤੀਜਾ ਨਾਰਾਜ਼ ਹੈ। ਔਰ ਕੰਮ ਲੈਂਦੇ ਰਹਿੰਦੇ ਨੇ, ਕੰਮ ਲੈਣ ਤੋਂ ਬਾਅਦ ਲਾਸਟ ਵਿੱਚ ਜਾ ਕੇ ਆਉਂਦਾ ਜਦੋਂ ਕਿਤੇ ਆਪਣਾ ਬੰਦਾ ਹੱਕ ਜਿਹੜਾ ਕਿ ਲੋਕਾਂ ਦੀ ਵੀ ਸੇਵਾ ਕੀਤੀ, ਲੋਕਾਂ ਚੱਲੇ, ਲੋਕਾਂ ਦੀ ਡਿਮਾਂਡ ਕਿ ਤੁਸੀਂ ਜੀ ਟਿਕਟ ਲਓ, ਲੜੋ, ਜਦੋਂ ਉਹ ਟਾਈਮ ਆਉਂਦਾ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਾਂਗਰਸ ਦੇ ਵਿੱਚ ਕੀ ਹੁੰਦਾ ਅਖੀਰ ਦੇ ਵਿੱਚ ਜਾ ਕੇ, ਉਹ ਸਭ ਕੁਝ ਹੋਇਆ। ਔਰ ਹੁਣ ਵੀ ਮੈਨੂੰ ਪੂਰਾ ਸੀਗਾ ਕਿ ਹੁਣ ਵੀ ਇਹੀ ਉੱਚਾ ਲੱਗ ਰਿਹਾ ਸੀਗਾ, ਨਜ਼ਰ ਆ ਰਿਹਾ ਸੀਗਾ ਕਿ ਜੋ ਕੁਛ ਪਿਛਲੇ 5 ਸਾਲਾਂ ਦੇ ਵਿੱਚ, ਜਦੋਂ 5 ਸਾਲ ਪਹਿਲਾਂ ਹੋਇਆ ਸੀ ਜੋ 2017 ਦੇ ਵਿੱਚ, ਉਹੀ ਹੁਣ ਜਾ ਰਿਹਾ ਸੀ। ਮੈਂ ਉਸ ਤੋਂ ਬਾਅਦ ਇਹੀ ਮੈਂ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਤੇ ਆਪਣੇ ਮੇਰੇ ਨਾਲ ਮੈਂ ਉਹਨਾਂ ਨੂੰ ਸਾਥੀ ਤੇ ਨਹੀਂ ਕਹੂੰਗੀ, ਮੇਰੇ ਨਾਲ ਵੱਡੇ ਮੇਰੇ ਲੀਡਰ ਸੀਗੇ ਜਾਂ ਮੇਰੇ ਕੁਲੀਗ ਸੀਗੇ ਪਾਰਟੀ ਦੇ ਅੰਦਰ, ਸਲਾਹ ਕੀਤੀ। ਸਾਰਿਆਂ ਨੇ ਇਹ ਕਿਹਾ ਵੀ ਆਪਾਂ ਪਾਰਟੀ ਦੇ ਅੰਦਰ ਚੱਲਣਾ। ਬੀਜੇਪੀ ਦੇ ਵਿੱਚ ਮੇਰਾ ਆਉਣ ਦਾ ਕਾਰਨ ਜਿਹੜਾ ਹੈਗਾ, ਸਭ ਤੋਂ ਵੱਡੀ ਗੱਲ ਜਿਹੜੀ ਮੈਂ ਚੀਜ਼ 4 ਦਿਨਾਂ ਦੇ ਵਿੱਚ ਦੇਖੀ ਹੈ, ਅੱਗੇ ਸੁਣਦੇ ਸੀ, ਇੱਥੇ ਮੈਂ ਦੇਖਿਆ ਕਿ ਸਭ ਤੋਂ ਵੱਡੀ ਚੀਜ਼ ਹੈ ਡਿਸਿਪਲਿਨ। ਔਰ ਜਿਸ ਪਾਰਟੀ 'ਚ ਡਿਸਿਪਲਿਨ ਹੈਗਾ ਆ, ਜੋ ਪਾਰਟੀ ਡਿਸਿਪਲਿਨ ਨਾਲ ਚੱਲਦੀ ਹੈ, ਇੱਕ ਮੋਟਿਵ ਆਪਣਾ ਲੈ ਕੇ ਚੱਲਦੀ ਹੈ, ਇੱਕ
ਵਿਜ਼ਨ ਲੈ ਕੇ ਚੱਲਦੀ ਆ ਉਹ ਪਾਰਟੀ ਜਿਹੜੀ ਹਮੇਸ਼ਾ ਠੀਕ ਰਹਿੰਦੀ ਹੈ ਤੇ ਇਸ ਕਰਕੇ ਮੈਂ ਬੀਜੇਪੀ ਦੇ ਵਿੱਚ ਆਈ। ਤੁਸੀਂ ਕਾਫੀ ਵਾਰ ਸੀਟ ਦੀ ਦਾਅਵੇਦਾਰੀ ਕੀਤੀ ਹੈ ਕਿ ਮੈਨੂੰ ਹਲਕਾ ਖੜ ਤੋਂ ਮਿਲੇ, ਮੈਨੂੰ ਕਾਂਗਰਸ ਟਿਕਟ ਦੇਵੇ। ਕਿਆ ਲੱਗਦਾ ਕਿ ਟਿਕਟ ਤੋਂ ਨਾਰਾਜ਼ ਹੋ ਕੇ ਟਿਕਟ ਨਹੀਂ ਮਿਲੀ ਤਾਂ ਕਿ ਬੀਜੇਪੀ ਜੁਆਇਨ ਕਰਨੀ ਪਈ? ਬੜੇ ਕਾਰਨ ਨੇ। ਇੱਕ ਤਾਂ ਹੁੰਦਾ ਕਿ ਟਿਕਟ ਨਹੀਂ ਦਿੱਤੀ, ਨਾਰਾਜ਼ ਹੋ ਕੇ ਬੰਦਾ ਆਂਦਾ ਆ, ਜਾਂ ਤੁਸੀਂ ਬੰਦਾ ਕਿਸੇ ਨੂੰ ਬੰਦਾ ਮਾਨ ਸਤਿਕਾਰ ਵੀ ਜਿਹੜਾ ਹੈਗਾ ਤੁਸੀਂ ਉਹ ਨਾ ਕਿਸੇ ਨੂੰ ਦਵੋ ਤੇ ਉਹ ਖਰਾਬ ਲੱਗਦਾ ਆ। ਟਿਕਟ ਵੀ ਇੱਕ ਕਾਰਨ ਹੈ ਕਿ ਜਦੋਂ ਕਿ ਮੈਂ ਇੱਕ ਚੀਜ਼ ਕਹਿੰਦੀ ਆ, ਅਗਰ ਤੁਸੀਂ ਟਿਕਟ ਨਹੀਂ ਦੇਣੀ ਤੁਸੀਂ ਇੰਨੇ ਕੈਂਡੀਡੇਟ ਪੈਦਾ ਕਿਉਂ ਕਰਦੇ ਹੋ? ਤੁਸੀਂ ਪਹਿਲੇ ਦਿਨ ਤੋਂ ਹੀ ਇਸ ਚੀਜ਼ ਦਾ ਕਰੋ ਕਿ ਜੀ ਤੁਸੀਂ ਮਤਲਬ ਕਿ ਆਪਣਾ ਜਿਹੜਾ ਹੈ ਟਿਕਟ ਅਸੀਂ ਕਿਸੇ ਹੋਰ ਨੂੰ ਦੇਣੀ ਹੈ, ਜਾਂ ਟਿਕਟ ਦਾ ਜਿਹੜਾ ਚੱਲਿਆ ਆ ਰਿਹਾ ਜੀ ਸਾਡਾ ਤਾਂ ਮੁੱਦਤਾਂ ਚੱਲਿਆ ਆ ਰਿਹਾ ਸੀ ਉਹਨੂੰ ਟਿਕਟ ਦੇਣੀ ਆ, ਤੇ ਤੁਸੀਂ ਫਿਰ ਉਸੇ ਬੰਦੇ ਨੂੰ ਮਤਲਬ ਕਰਕੇ ਚਲੋ, ਦੂਜੇ ਨੂੰ ਬੇਵਕੂਫ ਕਿਉਂ ਬਣਾਉਂਦੇ ਹੋ? ਦੂਜੇ ਕੋਲ ਕੰਮ ਕਿਉਂ ਤੁਸੀਂ ਲੈਂਦੇ ਹੋ? ਤੇ ਇਸ ਕਰਕੇ ਕਈ ਕਾਰਨ ਨੇ ਜਿਹੜਾ ਕਿ ਮੈਂ ਪਾਰਟੀ ਨੂੰ ਛੱਡ ਕੇ ਆਈ। ਅੱਛਾ, ਕਿਵੇਂ ਦੇਖਦੇ ਹੋ ਕਿ 35 ਤੋਂ ਵੱਧ ਜਿਹੜੇ ਦਾਅਵੇਦਾਰੀ ਹੁਣ ਵੀ ਕਾਂਗਰਸ ਦੇ ਵਿੱਚ ਨੇ ਸੀਟ ਨੂੰ ਲੈ ਕੇ, ਲੱਗਦਾ ਕਿ ਹੁਣ ਉਹ ਵੀ ਜਿਹੜੇ ਕਈ ਕੈਂਡੀਡੇਟ ਨੇ ਤੁਹਾਡੇ ਵਿੱਚ ਆਉਣਗੇ, ਜਿਹੜੇ ਆਗੂ ਨੇ ਬੀਜੇਪੀ ਸ਼ਾਮਲ ਹੋਣਗੇ, ਤੁਹਾਡੇ ਟੱਚ 'ਚ ਹੈ ਕੋਈ ਬੰਦਾ? ਬਹੁਤ ਨੇ, ਬਹੁਤ ਨੇ। ਉਹਨਾਂ ਦੇ ਵਿੱਚੋਂ ਹੀ ਕਈ ਆਉਣਗੇ, ਕਈ ਆ ਵੀ ਰਹੇ ਨੇ। ਪਹਿਲਾਂ ਤੁਸੀਂ ਇੱਕ ਚੀਜ਼ ਦਾ ਅੰਦਾਜ਼ਾ ਲਗਾਓ ਕਿ ਖਰੜ ਹਲਕੇ ਦੇ ਵਿੱਚ ਹੀ ਪੂਰੇ ਪੰਜਾਬ ਦੇ ਵਿੱਚ 35 ਕਿਉਂ ਨੇ, ਬਾਕੀ ਹਲਕਿਆਂ 'ਚ ਕਿਉਂ ਨਹੀਂ ਹੈ? ਉਹਦਾ ਕਾਰਨ ਹੈ ਕਿਉਂਕਿ ਜਿਹੜਾ ਮੌਜੂਦਾ ਜਿਹਨੂੰ ਕਹਿੰਦੇ ਆ ਨਾ ਜੀ ਕਿ ਇਹ ਤਾਂ ਜੀ ਹਲਕੇ ਦੇ ਇੰਚਾਰਜ ਨੇ ਜੀ, ਜਿਵੇਂ ਹਲਕਾ ਉਹਨਾਂ ਨੂੰ ਸੰਭਾਲ ਦਿੱਤਾ ਆ। ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਪਾਰਟੀ ਫਿਰ ਉਹਨਾਂ ਨੂੰ ਦੇਖੀ ਜਾ ਰਹੀ ਆ ਕਿ ਜੀ ਇਹ ਬੰਦੇ ਜਿੱਤਣ ਵਾਲੇ ਨੇ, ਜੀ ਇਹ ਬੰਦੇ ਇਸ ਤਰ੍ਹਾਂ ਨੇ, ਉਸ ਤਰ੍ਹਾਂ ਨੇ। ਤੇ 32 ਬੰਦੇ ਪੈਦਾ ਕਿਸ ਤਰ੍ਹਾਂ ਹੋ ਗਏ? ਉਹਨਾਂ ਦੇ ਆਪਣੇ ਗਰੁੱਪ ਦੇ ਵਿੱਚੋਂ ਬੰਦੇ ਨਿਕਲ ਕੇ ਕਈਆਂ ਨੇ ਦਾਅਵੇਦਾਰੀ ਪੇਸ਼ ਕੀਤੀ ਹੈ। ਮਨਮੋਹਨ ਸਿੰਘ ਕੰਗ ਕਹਿੰਦੇ 28 ਸਾਲ ਸੇਵਾ ਕੀਤੀ ਹੈ ਹਲਕੇ ਦੀ, ਕਹਿੰਦਾ ਲੋਕਾਂ ਦੇ ਘਰ ਘਰ ਦੇ ਬੱਚੇ ਬੱਚੇ ਨੂੰ ਮੈਂ ਜਾਣਦਾ। ਕਿਉਂ ਨੇ ਜੀ ਉਹ? ਇੱਕ ਸਾਲ ਜਿੱਤ ਕੇ ਇੱਕ ਸਾਲ ਹਾਰ ਗਏ, ਇੱਕ ਸਾਲ ਜਿੱਤ ਕੇ ਇੱਕ ਸਾਲ ਹਾਰ ਗਏ। ਕਿਉਂ ਹਾਰਦੇ ਕਿਉਂ ਨੇ ਫਿਰ? ਉਹ ਜੇ ਉਹਨਾਂ ਨੇ ਕੰਮ ਕੀਤਾ ਬੰਦਾ ਤੇ ਉਹ ਹੈ। ਅਸੀਂ ਦੇਖੇ ਨੇ ਪੁਰਾਣੇ ਲੀਡਰ, ਪੁਰਾਣੇ ਜਿਹੜੇ ਲੀਡਰ ਨੇ ਉਹਨਾਂ ਦਾ ਹੁੰਦਾ ਸੀਗਾ ਕਿ ਦੇਖਦੇ ਸੀ ਕਿ ਜੱਦੀ ਪੁਸ਼ਤਾਂ ਦੀਆਂ ਸੀਟਾਂ ਚੱਲੀਆਂ ਹੁੰਦੀਆਂ ਸੀਗੀਆਂ, ਉਹ ਕਦੇ ਹਾਰਦੇ ਨਹੀਂ ਸੀ। ਸਰਦਾਰ ਲਾਲ ਸਿੰਘ ਨੂੰ ਦੇਖ ਲਓ, ਕਦੇ ਹਾਰੇ ਨੇ? ਕੰਮ ਨਹੀਂ ਕੀਤਾ ਜਗਮੋਹਨ ਸਿੰਘ ਕੰਗ ਨੇ? ਬਿਲਕੁਲ ਨਹੀਂ। ਜੇ ਕੰਮ ਕੀਤਾ ਹੋਵੇ ਤਾਂ ਹੋਵੇ। ਉਹ ਕੰਮ, ਉਹ ਕਿਹੜਾ ਕੰਮ ਹੈ ਜੀ ਜਿਹੜਾ ਤੁਸੀਂ ਮਤਲਬ ਥੋੜਾ ਕੰਮ ਕਰ ਲਿੱਤਾ ਤੇ ਉਹ ਜਾ ਕੇ ਲੋਕਾਂ ਨੂੰ ਦਿਖਾਤਾ ਜੀ ਮੈਂ ਕੰਮ ਕੀਤਾ? ਲੋਕੀ ਜਾਣਦੇ ਨੇ। ਲੋਕਾਂ ਨੇ ਪਿਛਲੇ ਸਾਲ ਕਿਉਂ ਨਹੀਂ ਵੋਟਾਂ ਪਾਈਆਂ? 2017 'ਚ ਕਿਉਂ ਨਹੀਂ ਪਾਈਆਂ ਉਹਨਾਂ ਨੂੰ ਵੋਟਾਂ? ਕਿਉਂ ਨਹੀਂ ਉਹਨਾਂ ਨੂੰ ਜਿਤਾਇਆ? ਉਹਨਾਂ ਨੂੰ ਅੱਜ ਵੀ ਲੈ ਕੇ ਆਣ ਟਿਕਟ। ਬੀਜੇਪੀ ਤੁਸੀਂ ਜੁਆਇਨ ਕੀਤੀ ਹੈ, ਕਮਿਟਮੈਂਟ ਹੋਈ ਹੈ ਸੀਟ ਦੀ ਹਲਕਾ ਖੜ ਤੋਂ? ਮੈਂ ਬੀਜੇਪੀ ਦੇ ਵਿੱਚ ਕੋਈ ਕਮਿਟਮੈਂਟ ਨਾ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਟਿਕਟ ਦਿਓ। ਮੈਂ ਟਿਕਟ ਦੀ ਦਾਅਵੇਦਾਰੀ ਤਾਂ ਬੀਜੇਪੀ ਦੇ ਵਿੱਚੋਂ ਤਾਂ ਮੈਂ ਕਹਾਂ ਕਿ ਜੀ ਮੇਰੀ ਟਿਕਟ ਹੱਕ ਬਣਦਾ ਜੇ ਮੈਂ ਪਾਰਟੀ ਲਈ ਕੋਈ ਕੰਮ ਕੀਤਾ ਹੋਵੇ। 30 ਸਾਲ ਮੈਂ ਉਸ ਪਾਰਟੀ 'ਚ ਕੰਮ ਕਰਕੇ ਆਈ ਹਾਂ, ਉੱਥੇ ਤਾਂ ਮੇਰੀ ਦਾਅਵੇਦਾਰੀ ਬਣਦੀ ਹੈ। ਉੱਥੇ ਤਾਂ ਮੈਂ ਕਹਿੰਦੀ ਟਿਕਟ ਦਿਓ ਮੈਨੂੰ, ਨਹੀਂ ਦਿੱਤੀ। ਤੁਹਾਨੂੰ ਆਪਣੇ ਵੋਟ ਬੈਂਕ ਤੇ ਮਾਣ ਨਹੀਂ? ਹਲਕਾ ਖੜ ਦੇ ਵੋਟ ਬੈਂਕ? ਇਹ ਗੱਲ ਤੁਹਾਨੂੰ ਦੱਸਣਦਾਰ ਲੱਗ ਰਹੀ ਹੈ ਕਿ ਜਿਹੜੀ ਬੀਜੇਪੀ ਦੇ ਵਿੱਚ ਮੈਂ ਆਈ ਹਾਂ, ਮੈਨੂੰ ਸ਼ਿਕਾਵਤ ਸਾਹਿਬ ਨੇ ਮੇਰੀ ਐਂਟਰੀ ਦਿੱਤੀ ਹੈ। ਮੈਂ ਇੱਕੋ ਗੱਲ ਉਹਨਾਂ ਨੂੰ ਕਹੀ ਸੀ, ਦਾਅਵੇਦਾਰੀ ਜ਼ਰੂਰ ਮੰਗੂੰਗੀ ਕਿਉਂਕਿ ਹੈਗੀ ਆ, ਕਿਉਂਕਿ ਮੈਂ ਖਰੜ ਹਲਕੇ 'ਚ ਕੰਮ ਕਰਦੀ ਹਾਂ। ਔਰ ਮੈਂ ਕਿਹਾ ਉਹਨਾਂ ਨੂੰ ਕਿ ਮੈਂ ਚਾਹਵਾਨ ਹੈ ਮੈਨੂੰ ਟਿਕਟ ਦਿੱਤੀ ਜਾਵੇ। ਲੇਕਿਨ ਇਨ ਦਾ ਮੀਨ ਟਾਈਮ ਮੈਂ ਇੱਕ ਹੋਰ ਗੱਲ ਕਹੀ ਹੈ ਉਹਨਾਂ ਨੂੰ, ਮਿਲ ਗਈ ਵੈਲ ਐਂਡ ਗੁੱਡ, ਨਹੀਂ ਮਿਲਦੀ ਜਿਸ ਨੂੰ ਵੀ ਟਿਕਟ ਦਵਾਂਗੇ ਮੈਂ ਆਪਣੇ ਸਾਥੀਆਂ ਨਾਲ ਉਹਨੂੰ ਜਿਤਾ ਕੇ ਲੈ ਕੇ ਆਉਂਗੀ। ਦਿਲ 'ਚ ਹੁੰਦਾ, ਜਹਨ 'ਚ ਹੈ ਕਿ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ? ਕਿਉਂਕਿ ਚੌਧਰੀ ਅਰਜਨ ਸਿੰਘ ਕਾਂਸਲ ਦਾ ਵੀ ਬਹੁਤ ਵੋਟ ਬੈਂਕ ਹੈ, ਸੁਖਵਿੰਦਰ ਸਿੰਘ ਗੋਲਡੀ ਨਾਲ ਨੇ, ਤੁਸੀਂ ਵੀ ਹੋ, ਤਾਂ ਸੀਟ ਦਾ ਕਿਵੇਂ ਲੱਗਦਾ? ਮੈਂ ਜੁਆਇਨ ਕੀਤਾ ਸੀ, ਮੈਨੂੰ ਉਸੇ ਦਿਨ ਹੀ ਇੱਕ ਪ੍ਰੈਸ ਦੇ ਵਿੱਚੋਂ ਇਦਾਂ ਹੀ ਤੁਹਾਡੀ ਤਰ੍ਹਾਂ ਮੇਰੇ ਆਪਣੇ ਭਰਾ ਨੇ ਉੱਥੋਂ ਦੇ, ਉਹਨਾਂ ਨੇ ਮੇਰੀ ਇੰਟਰਵਿਊ ਲਿੱਤੀ। ਉਹ ਕਹਿੰਦੇ ਜੀ ਇੱਥੋਂ ਤਾਂ ਪਹਿਲਾਂ ਹੀ ਗੀਗਾ ਜੀ ਔਰ ਆਪਣਾ ਗੋਲਡੀ ਇਹ ਸਾਰੇ ਦਾਅਵੇਦਾਰ ਨੇ। ਮੈਂ ਇੱਕੋ ਗੱਲ ਕਹੀ ਸੀ, ਮੈਂ ਕਿਹਾ ਹੱਕ ਬਣਦਾ ਉਹਨਾਂ ਦਾ ਜਿਨ੍ਹਾਂ ਨੇ, ਜੇ ਮੈਂ ਅੱਜ ਕਹਿੰਦੀ ਹਾਂ ਕਿ ਮੈਂ 30 ਸਾਲ ਕਾਂਗਰਸ ਦੇ ਵਿੱਚ ਕੰਮ ਕੀਤਾ ਸੀ ਔਰ ਮੈਂ ਖਰੜ ਹਲਕੇ 'ਚ ਇੰਨਾ ਕੰਮ ਕੀਤਾ, ਮੇਰਾ ਹੱਕ ਬਣਦਾ ਤੇ ਉਹਨਾਂ ਦਾ ਵੀ ਹੱਕ ਬਣਦਾ। ਉਹਨਾਂ ਨੇ ਇੰਨੇ ਸਾਲ ਕੰਮ ਕੀਤੇ ਆ। ਪਹਿਲਾਂ ਬੀਜੇਪੀ ਜਿਹੜੀ ਸੀ ਇੱਕ ਬੀ ਲਾਈਨ ਬਣ ਕੇ ਚੱਲ ਰਹੀ ਸੀ ਅਕਾਲੀਆਂ ਦੇ ਨੀਚੇ। ਅੱਜ ਬੀਜੇਪੀ ਨੂੰ ਮੌਕਾ ਮਿਲਿਆ, ਅੱਜ ਬੀਜੇਪੀ 117 ਸੀਟਾਂ ਦੇ ਉੱਪਰ ਆਪਣੇ ਬੰਦੇ ਕਰ ਰਹੀ ਹੈ। ਅੱਜ ਬੀਜੇਪੀ ਦਾ ਨਾਮ ਹੋ ਰਿਹਾ, ਬੀਜੇਪੀ ਆ ਰਹੀ, ਅੱਗੇ ਆ ਰਹੀ ਆ। ਔਰ ਇਸ ਕਰਕੇ ਤਾਂ ਉਹਨਾਂ ਦਾ ਹੱਕ ਬਣਦਾ। ਮੈਂ ਉਸ ਵਕਤ ਵੀ ਇਹੀ ਗੱਲ ਕਹੀ ਸੀ ਕਿ ਮੈਂ ਦਾਅਵੇਦਾਰੀ ਜ਼ਰੂਰ ਕੀਤੀ ਹੈ, ਮੈਂ ਜ਼ਰੂਰ ਸੀਟ ਮੰਗਦੀ ਹਾਂ। ਇਨ ਦਾ ਮੀਨ ਟਾਈਮ ਗੀਗਾ ਮੇਰਾ ਭਾਈ ਹੈ, ਗੋਲਡੀ ਬੱਚਾ ਆ। ਇੰਨੇ ਸਾਲਾਂ ਤੋਂ ਰਹਿੰਦੇ ਅਸੀਂ ਖਰੜ ਦੇ ਵਿੱਚ ਆ, ਇਕੱਠੇ ਅਸੀਂ ਮਤਲਬ ਰਹਿੰਦੇ ਆ ਤਾਂ ਹੁਣ ਆ ਕੇ ਲੱਗ ਰਿਹਾ ਨਾ ਕਿ ਵੀ ਆਹ ਬੀਜੇਪੀ ਦਾ ਜੀ, ਇਹ ਕਾਂਗਰਸ ਦਾ, ਅਸੀਂ ਸਾਰੇ ਇਕੱਠੇ ਚੱਲੇ ਆ। ਰਾਤੀ ਮੈਂ ਕੁਰਾਲੀ ਸੀ, ਬੱਚੇ ਮੇਰੇ ਨਾਲ ਸੀਗੇ। ਹੁਣ ਉੱਥੇ ਜਿਨ੍ਹਾਂ ਨੂੰ ਮਿਲ ਕੇ ਆਈ ਹਾਂ, ਕੀ ਮੈਂ ਨਵੇਂ ਬੰਦਿਆਂ ਨੂੰ ਮਿਲ ਕੇ ਆਈ ਹਾਂ? ਸਾਰੇ ਉਹੀ ਮੇਰੇ ਪੁਰਾਣੇ ਬੰਦੇ ਨੇ, ਉਹੀ ਸਾਰੇ ਚੱਲਦੇ। ਲੋਕ ਇਹ ਕਹਿੰਦੇ ਨੇ ਕਿਸਾਨਾਂ ਦੀ ਵਿਰੋਧੀ ਹੈ, ਕਹਿੰਦਾ ਬੀਜੇਪੀ, ਕਹਿੰਦਾ 600 ਤੋਂ 700 ਵੱਧ ਕਿਸਾਨ ਸ਼ਹੀਦ ਹੋਏ ਨੇ ਦਿੱਲੀ ਦੇ ਬਾਰਡਰਾਂ ਤੇ, ਕਹਿੰਦਾ ਤੁਸੀਂ ਉਹਨਾਂ ਦੇ ਚਲੇ ਗਏ। ਦੇਖੋ, ਮੈਂ ਇੱਕ ਕਿਸਾਨ ਦੀ ਬੇਟੀ ਹਾਂ, ਮੈਂ ਕਿਸਾਨ ਦੀ ਬਹੂ ਹਾਂ। ਕਿਸਾਨਾਂ ਦੇ ਵਿੱਚ ਹੀ ਮੇਰਾ ਜਨਮ ਹੋਇਆ, ਜੱਟਾਂ ਦੀ ਧੀ ਹਾਂ। ਹੁਣ ਉੱਥੇ ਕੀ ਹੈਗਾ, ਦੁੱਖ ਮੈਨੂੰ ਵੀ ਬਹੁਤ ਸੀ। ਮੈਂ ਖੁਦ ਗਈ ਹਾਂ, ਧਰਨਿਆਂ 'ਤੇ ਗਈ ਹਾਂ। ਮੈਂ ਉੱਥੇ ਜਾ ਕਰਕੇ ਆਪਣੇ ਜਿਹੜੇ ਸਾਡੇ ਬੜੋਦੀ ਟੋਲ ਪਲਾਜ਼ਾ ਵਾਲੇ ਸੀ, ਪਰਮ ਹੋ ਰਹੇ ਸਾਰੇ, ਮੈਂ ਉੱਥੇ ਉਹਨਾਂ ਦੇ ਨਾਲ ਗਈ ਹਾਂ, ਉੱਥੇ ਧਰਨਿਆਂ 'ਤੇ ਵੀ ਗਈ ਹਾਂ। ਮੈਂ ਇੱਥੇ ਵੀ ਮਿਲੀ ਹਾਂ ਉਹਨਾਂ ਨੂੰ। ਦੁੱਖ ਹੈ ਜੋ ਮਤਲਬ ਕਿ ਹੋਇਆ, ਬੜਾ ਹੁੰਦਾ ਸੀ ਸਾਡੇ ਬੱਚਿਆਂ ਨਾਲ ਕੀ ਹੋ ਰਿਹਾ, ਸਾਰਾ ਪੂਰੀ ਗਰਮੀਆਂ ਸਰਦੀਆਂ ਸਭ ਉੱਥੇ ਕੱਟ ਦਿੱਤੀਆਂ। ਮੈਂ ਕਿਉਂ, ਮੈਨੂੰ ਹੋਇਆ ਕਿ ਜਿਸ ਟਾਈਮ
ਮੋਦੀ ਸਾਹਿਬ ਨੇ ਪਹਿਲਾਂ ਕੀਤਾ, 3 ਕਾਨੂੰਨ ਲਗਾਤੇ, ਸਭ ਕੁਝ ਕਰਤਾ, ਪਰ ਜਿਸ ਦਿਨ ਗੁਰਪੁਰਬ ਵਾਲੇ ਦਿਨ ਉਹਨਾਂ ਨੇ ਖੜੇ ਹੋ ਕਰਕੇ ਬਗੈਰ ਆਪਣੇ ਲੋਕਾਂ ਨੂੰ ਪੁੱਛਿਆ, ਬਗੈਰ ਕਿਸੇ ਦੇ ਵਿੱਚ ਗਿਆ, ਉਹਨਾਂ ਨੇ ਹੱਥ ਜੋੜ ਕੇ ਜਿਸ ਟਾਈਮ ਇਸ ਗੱਲ ਨੂੰ ਕੀਤਾ, ਉਹਨਾਂ ਨੇ ਕਿ ਮੈਂ ਵਾਪਸ ਲੈਣਾ ਆ, ਤੇ ਉਹਨਾਂ ਨੇ ਇੱਕ ਕਿਸਮ ਦੀ ਮਾਫੀ ਦੇ ਤੌਰ ਤੇ ਉਹਨਾਂ ਨੇ ਕਿਹਾ ਆ। ਤੇ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਮੈਂ ਚੇਂਜ ਹੋਈ ਕਿ ਜਿਹੜਾ ਇਨਸਾਨ ਇੰਨਾ ਨੀਵਾਂ ਹੋ ਕਰਕੇ ਇਹ ਚੀਜ਼ ਕਰ ਸਕਦੇ ਨੇ ਤੇ ਕਿਉਂ ਮਤਲਬ ਕਿ ਉਸ ਚੀਜ਼ ਨੂੰ ਨਾ ਆਪਾਂ ਲਈਏ। ਕਰਨਗੇ ਬੀਜੇਪੀ ਤੇ ਤੁਸੀਂ ਗਏ ਹੋ, ਲੋਕ ਹਲਕਾ ਖੜੇ ਐਕਸੈਪਟ ਕਰਨਗੇ ਤੁਹਾਨੂੰ? ਕਿਉਂਕਿ ਬੀਜੇਪੀ ਨੂੰ ਕਿਸਾਨਾਂ ਜਿੱਥੇ ਤੁਸੀਂ ਵਿਰੋਧੀ ਟੂਲਬਾਜ਼ੀ ਦੀ ਗੱਲ ਕੀਤੀ ਹੈ, ਭਾਗੂ ਮਾਜਰਾ ਟੂਲਬਾਜ਼ੀ ਦੀ ਗੱਲ ਕੀਤੀ ਹੈ, ਤੁਸੀਂ ਉੱਥੇ ਗਏ ਹੋ। ਮੇਰੇ ਉਹ ਭਾਈ ਨੇ, ਉਹਨਾਂ ਕੋਲ ਵੀ ਮੈਂ ਜਾਊਂਗੀ, ਐਸੀ ਕੋਈ ਗੱਲ ਨਹੀਂ ਹੈਗੀ। ਜਿੱਥੇ ਉਹਨਾਂ ਦੇ ਨਾਲ, ਜਿੱਥੇ ਕਿਸਾਨਾਂ ਦੀ ਗੱਲ ਆ, ਮੈਂ ਕਿਸਾਨਾਂ ਨਾਲ ਖੜੀ ਹਾਂ। ਔਰ ਇੰਨਾ ਜ਼ਰੂਰ ਹੈਗਾ ਕਿ ਜੇ ਮੈਂ ਪਾਰਟੀ ਦੇ ਵਿੱਚ ਆ ਗਈ ਹਾਂ ਤੇ ਜਦੋਂ ਕੋਈ ਹੋਰ ਗੱਲਾਂ ਹੋਣਗੀਆਂ ਤਾਂ ਕਿ ਮੈਂ ਬੈਠ ਕਰਕੇ ਇੱਕ ਮੈਸੇਜ ਵੀ ਕਨਵੇ ਕਰ ਸਕਦੀ ਹਾਂ ਅੱਗੇ ਕਿ ਸਾਡੀ ਆਹ ਚੀਜ਼ਾਂ ਨੇ, ਇਹ ਚੀਜ਼ਾਂ ਨੂੰ ਆਪਾਂ ਠੀਕ ਕਰ ਲਈਏ ਜਾਂ ਕਿਸ ਤਰ੍ਹਾਂ। ਲੀਡਰਸ਼ਿਪ ਨੂੰ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਮੋਦੀ ਸਾਹਿਬ ਤੱਕ ਜਾ ਕੇ ਕਰੂੰਗੀ, ਜਿਹੜੀ ਲੋਕਲ ਲੀਡਰਸ਼ਿਪ ਹੈ, ਲੋਕਲ ਪ੍ਰਧਾਨ ਨੇ ਜਾਂ ਇੰਚਾਰਜ ਹੈਗੇ ਨੇ ਇੱਥੋਂ ਦੇ, ਉਹਨਾਂ ਤੱਕ ਸਗੋਂ ਗੱਲ ਪਹੁੰਚਾ ਸਕਦੇ ਹਾਂ ਆਪਾਂ, ਕੰਮ ਉਹਨਾਂ ਨੂੰ ਕਰਵਾ ਸਕਦੇ ਹਾਂ, ਕਹਿ ਸਕਦੇ ਹੈਗੇ। ਤੇ ਬੰਦਿਆਂ ਦੀ ਮੈਨੂੰ ਕੋਈ ਐਸੀ ਗਲਤੀ ਨਹੀਂ ਹੋਈ। ਮੈਂ ਹਲਕੇ ਦੇ ਵਿੱਚ ਬਹੁਤ ਲੋਕਾਂ ਦਾ ਮੈਨੂੰ ਫੋਨ ਆਇਆ, ਬੜੇ ਮੇਰੇ ਸਾਥੀ, ਮੇਰਾ ਤੇ ਪੂਰਾ ਹਲਕੇ 'ਚ ਤੁਹਾਨੂੰ ਪਤਾ ਹੀ ਹੈ ਕਿ ਕਾਫੀ, ਮੈਂ ਤਾਂ ਨਹੀਂ ਕਹਿੰਦੀ ਹੈਗੀ ਕਿ ਜੀ ਮੈਂ ਬਹੁਤ ਵੱਡੀ ਹੋ ਗਈ ਹਾਂ, ਪਰ ਮੇਰਾ ਉਹ ਘਰ ਹੈ, ਮੇਰਾ ਪਰਿਵਾਰ ਹੈ, ਮੇਰੇ ਬੱਚੇ ਨੇ, ਤੇ ਇਸ ਕਰਕੇ ਮੈਨੂੰ ਕੋਈ ਕਿਸੇ ਨੇ ਇਹਨਾਂ ਨਹੀਂ ਗਲਤ ਕਿਹਾ ਨਹੀਂ ਹਾਲੇ ਤੱਕ। ਔਰ ਸਭ ਨੇ ਇਹੀ ਗੱਲ ਕਹੀ ਹੈ ਕਿ ਮੈਡਮ ਕਾਂਗਰਸ ਦੇ ਵਿੱਚ ਜਦੋਂ ਕੁਝ ਮਿਲਿਆ ਹੀ ਨਹੀਂ ਸਾਨੂੰ, ਅੱਜ 10 ਸਾਲ ਹੋ ਗਏ ਇੱਥੇ ਧੱਕੇ ਖਾਂਦਿਆਂ ਨੂੰ, ਜਦ ਕੁਝ ਮਿਲਿਆ ਹੀ ਨਹੀਂ ਜਾਂ ਕੁਝ ਕੀਤਾ ਹੀ ਨਹੀਂਗਾ, ਅਸੀਂ ਤੁਹਾਡੇ ਨਾਲ ਹਾਂ। ਲੱਗਦਾ ਕਿ ਹਲਕਾ ਇੰਚਾਰਜ ਜਗਮੋਹਨ ਸਿੰਘ ਕੰਗ ਨੇ 28 ਸਾਲ ਜਿਹੜੇ ਦਾਅਵੇ ਕਰ ਰਹੇ ਨੇ, ਸੇਵਾ ਕਰ ਰਹੇ ਨੇ, ਲਖਵਿੰਦਰ ਕੌਰ ਗਰਚਾ ਬੀਬੀ ਨੂੰ ਅੱਗੇ ਨਹੀਂ ਆਉਣ ਦਿੱਤਾ, ਉਹੀ ਕਸੂਰਵਾਰ ਨੇ ਜਾਂ ਹਾਈ ਕਮਾਨ? ਦੇਖੋ ਜੀ, ਉਹ ਕੌਣ ਹੁੰਦਾ ਮੈਨੂੰ ਨਾ ਅੱਗੇ ਆਉਣ ਵਾਲਾ ਦੇਣ ਵਾਲਾ? ਉਹਨੂੰ ਤਾਂ ਮੈਂ ਦੱਬ ਕੇ ਰੱਖਿਆ ਸੀ। ਉਹ ਕੌਣ ਹੁੰਦਾ ਆ? ਮੈਂ ਹਾਈ ਕਮਾਂਡ ਦੇ ਉੱਪਰ ਆਪਣੀ ਮੈਂ ਜਿਹੜੀ ਲੀਡਰਸ਼ਿਪ ਆ ਸਾਡੀ, ਮੈਂ ਉਸ 'ਤੇ ਕਰੂੰਗੀ। ਲੀਡਰਸ਼ਿਪ ਨੇ ਨਹੀਂ ਦੇਖਿਆ। ਇੱਕ ਪਾਸੇ ਤਾਂ ਕਹੀ ਜਾਂਦੇ ਨੇ ਕਿ ਜੀ ਮਤਲਬ ਕਾਂਗਰਸ ਪਾਰਟੀ 'ਚ ਕੀ ਹੋ ਰਿਹਾ ਕਿ ਜੀ ਸਰਵੇ ਹੋ ਰਹੇ ਨੇ, ਤੁਸੀਂ ਸਰਵੇ ਪਹਿਲਾਂ ਇਹ ਕਰਵਾਓ ਕਿ ਬੰਦਾ ਉਹ ਇੰਨੇ ਦਿਨਾਂ ਤੋਂ ਕਿਉਂ ਹਾਰ ਕਿਉਂ ਰਿਹਾ, ਤੁਸੀਂ ਪਹਿਲਾਂ ਸਰਵੇ ਕਰਵਾਓ ਉਸ ਬੰਦੇ ਦੀ। ਕਿ ਸਰਵੇ 'ਚ ਉਹਦੀ ਸਾਰੀ ਰਿਪੋਰਟਾਂ ਨੇ, ਗਲਤ ਨੇ ਉਹਦੀਆਂ। ਮੈਂ ਸਰਵੇ ਨੂੰ ਨਹੀਂ ਮੰਨਦੀ ਕਦੇ ਵੀ। ਹਰ ਇੱਕ ਬੰਦਾ ਕਹਿੰਦਾ ਤੁਹਾਡਾ ਜੀ ਸਰਵੇ ਹੋਏਗਾ। ਸਰਵੇ ਕੀ ਚੀਜ਼ ਦਾ? ਸਰਵੇ ਅਸੀਂ ਲੋਕੀ ਕਰਾਉਂਦੇ ਹਾਂ, ਸਰਵੇ ਅਸੀਂ ਲੋਕੀ ਇਨਫੋਰਮੇਸ਼ਨ ਦਿੰਦੇ ਹਾਂ ਉਹਨਾਂ ਨੂੰ। ਉਹ ਕੋਈ ਉਹ ਤਾਂ ਹੁੰਦਾ ਨਹੀਂਗਾ ਵੀ ਕਿਸ ਚੀਜ਼ ਦਾ ਉਹਨਾਂ ਨੇ ਕਰਵਾ ਲਿਆ ਜਾਂ ਕੁਛ ਹੈ। ਮੈਨੂੰ ਉਹ ਕੋਈ ਥੱਲੇ ਲਗਾਉਣ ਵਾਲੇ ਨਹੀਂ, ਕੁਛ ਨਹੀਂ। ਮੈਂ ਆਪਣੀ ਲੀਡਰਸ਼ਿਪ ਨੂੰ ਜ਼ਰੂਰ ਕਹਿੰਦੀ ਹਾਂ ਕਿ ਉਹਨੇ ਬੰਦਿਆਂ ਦੀ ਕਦਰ ਨਹੀਂ ਪਾਈ ਉਹਨਾਂ ਨੇ। ਅੱਜ ਕਿਉਂ ਛੱਡ ਕੇ ਆ ਰਹੇ ਨੇ ਇਹਨੇ ਕਾਂਗਰਸ ਦੇ ਵਿੱਚ? ਕਿਉਂ ਕਾਂਗਰਸੀ ਆ ਰਹੇ ਨੇ ਛੱਡ ਕੇ? ਕੰਮ ਕਰਨ ਨੂੰ ਸਭ ਤੋਂ ਅੱਗੇ ਸੀ, ਟਿਕਟਾਂ ਲੈਣ ਨੂੰ ਇੱਥੇ ਕੱਲ੍ਹ ਆਉਂਦੇ ਨੇ, ਮਤਲਬ ਉਹ ਆਏ ਤੇ ਉਹਨਾਂ ਨੇ ਮਤਲਬ ਜਿਨ੍ਹਾਂ ਦਾ ਕੁਝ ਇੱਕ ਤੇ ਹੁੰਦਾ ਨਾ। ਹੁਣ ਮੈਂ ਵੀ ਕਹਿੰਦੀ ਜੀ, ਮੈਨੂੰ ਵੀ ਕੱਲ੍ਹ ਕੋਈ ਕਹਿ ਸਕਦਾ ਕਿ ਲਓ ਜੀ ਮੈਡਮ ਗਰਚਾ ਕੱਲ੍ਹ ਆਈ ਹੈ ਤਾਂ ਅੱਜ ਟਿਕਟ ਮੰਗ ਰਹੀ ਹੈ, ਪਰ ਹਲਕੇ 'ਚ ਕੰਮ ਤੇ ਮੈਂ ਕਰ ਰਹੀ ਹਾਂ ਨਾ, ਹਲਕੇ 'ਚ ਮੈਂ ਚੱਲਤੇ ਰਹੀ ਹਾਂ। ਹੁਣ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਮੈਂ 2 ਟਿਕਟਾਂ ਦੀ ਗੱਲ ਕਰਦੀ ਹਾਂ ਕਿ ਇਹ ਜਿਹੜੇ ਹੁਣ ਦਿੱਤੀ ਹੈਗੀ ਹੈ ਮੂਸੇ ਵਾਲੇ ਨੂੰ ਦਿੱਤੀ ਹੈ, ਉਹਦੀ ਕੀ ਉਸਦੀ ਹੈਗੀ ਹੈ? ਮੂਸੇ ਵਾਲੇ ਦਾ ਆਪਣੇ ਹਲਕੇ ਦੇ ਵਿੱਚ ਕੀ ਹੈਗਾ ਮੈਨੂੰ ਦੱਸੋ? ਕਿ ਸਿਰਫ ਉਹਦੀ ਫੋਲੋਇੰਗ ਹੈਗੀ, ਉਹ ਫੋਲੋਇੰਗ ਕਿਸ ਚੀਜ਼ ਦੀ ਆ? ਵੋਟਰਸ ਦੀ ਫੋਲੋਇੰਗ ਨਹੀਂ ਹੈ ਉਹਦੀ। ਫੋਲੋਇੰਗ ਜਿਹੜੀ ਹੈਗੀ ਉਹ ਗਾਣੇ ਬਜਾਣੇ ਦੀ ਆ, ਉਹਦੀ ਹੈਗੀ ਹੈ ਲੋਕਾਂ ਦੇ ਵਿੱਚ ਕਲਚਰ ਪ੍ਰੋਗਰਾਮ ਦੀ ਦਿੰਦਾ, ਉਹਦੀ ਹੈਗੀ ਆ। ਕਿਸੇ ਵਰਕਰ ਦੀ ਹੈ, ਕਿਸੇ ਕਾਂਗਰਸੀ ਦੀ ਹੈ? ਕੋਈ ਕਾਂਗਰਸੀ ਕਹਿੰਦਾ ਮੇਰੇ ਵਾਸਤੇ ਇਹਨੇ ਕੰਮ ਕੀਤਾ? ਨਹੀਂ। ਐਸੇ ਤਰੀਕੇ ਨਾਲ ਮੈਂ ਕਹਿ ਰਹੀ ਹਾਂ ਜਿਸ ਤਰ੍ਹਾਂ ਸੋਨੂ ਸੂਦ ਦੀ ਸਿਸਟਰ ਨੂੰ ਦਿੱਤਾ। ਕੀ ਉਹ ਸੋਨੂ ਸੂਦ ਦੀ ਭੈਣ ਆ ਇਸ ਕਰਕੇ ਉਹਨੂੰ ਟਿਕਟ ਦੇਤੀ? ਉਹਦੀ ਦੱਸੋ ਹਲਕੇ ਵਿੱਚ ਕੀ ਆ ਉਹਦੀ? ਕੀ ਉਹ ਪਹਿਲਾਂ ਹਲਕੇ 'ਚ ਘੁੰਮੀ ਹੈ? ਕੀ ਉਹ ਹਲਕੇ ਦੇ ਵਿੱਚ ਉਹਦਾ ਹੈ? ਜਦ ਕਿ ਉਹਦਾ MLA ਸੀਗਾ, ਉਹਨੇ ਮਤਲਬ ਕਿ ਕਾਂਗਰਸ 'ਚ ਰੂਹ ਪਾਈ, ਕਾਂਗਰਸ ਨੂੰ ਉਹਨੇ ਚਲਾਇਆ। ਅੱਜ ਉਹਦੇ ਸਾਰੇ ਉਹਦੇ ਨਾਲ ਨੇ, ਉਹਦੇ ਨਾਲ ਅੱਜ ਮਤਲਬ ਕਿ ਉਹਦੀ ਸਾਰੇ ਵਰਕਰਸ ਕੀ ਪੂਰੀ ਕਾਂਗਰਸ ਉਹਦੇ ਨਾਲ ਖੜੀ ਹੈ। ਮੈਂ ਤੇ ਤੁਹਾਨੂੰ 2 ਐਗਜ਼ਾਮਪਲ ਦਿੱਤੇ ਨੇ, ਇਹੋ ਜਿਹੇ ਤਾਂ ਬਹੁਤ ਐਗਜ਼ਾਮਪਲ ਨੇ। CM ਚਰਨਜੀਤ ਸਿੰਘ ਚੰਨੀ ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ? CM ਚੰਨੀ ਦੇ ਕੰਮਾਂ ਦੇ ਮੈਂ ਕੋਈ ਕਮੈਂਟਸ ਨਹੀਂ ਦਊਂਗੀ ਕਿਉਂਕਿ ਉਹ ਜਨਤਾ ਨੂੰ ਪਤਾ ਕਿ 111 ਦਿਨਾਂ 'ਚ ਕੀ ਹੋਇਆ। ਕਿੰਨੇ ਤੁਹਾਡੇ ਆਪਣੇ ਨਿੱਜੀ ਵਿਚਾਰ ਦਿਲ ਤੋਂ ਵੀ ਕਿੰਨੇ ਕੁ ਦੇ ਵਿੱਚ ਲਾਰੇ ਲਗਾਏ ਗਏ ਨੇ, ਕਿੰਨਾ ਕੁ ਕੰਮ ਕਿਹਾ ਗਿਆ, ਕਿੰਨਾ ਕੁ ਕੀ ਕੀਤਾ ਗਿਆ, ਤੇ ਉਸ ਦੇ ਕਰਕੇ ਤਾਂ ਲੋਕਾਂ ਨੂੰ ਵੀ ਪਤਾ, ਲੋਕ ਹੀ ਜਵਾਬ ਦੇਣਗੇ। ਗਰਚਾ ਜੁਆਇਨਿੰਗ ਤੋਂ ਪਹਿਲਾਂ ਬੀਜੇਪੀ ਤੋਂ ਪਹਿਲਾਂ ਤਾਰੀਫਾਂ ਕਰਦੇ ਸੀ, ਹੁਣ ਕਿਆ ਲੱਗਦਾ ਕਿ ਉਹ ਪਿੱਛੇ ਹਟ ਰਹੇ ਨੇ ਉਹਨਾਂ ਦੇ ਕੰਮ ਕੀਤੇ ਹੋਏ ਦੱਸਣ ਤੋਂ ਮੁਨਕਰ? ਇਹ ਤਾਰੀਫ ਨਹੀਂ ਗੀ, ਮੈਂ ਤਾਂ ਉਹਨਾਂ ਨੂੰ ਜਦੋਂ ਉਹ ਕਾਉਂਸਲਰ ਸੀਗੇ, ਪ੍ਰਧਾਨ ਹੀ ਮੈਂ ਬਣਾਇਆ ਸੀ ਉਹਨਾਂ ਨੂੰ। ਤਾਂ ਸਾਰੇ ਉਹਨਾਂ ਦੇ ਅਗੇਂਸਟ ਸੀ। ਉਹਨਾਂ ਦੇ ਖਰੜ ਹਲਕੇ ਦੇ ਵਿੱਚ 2003 ਦੇ ਵਿੱਚ ਜਦੋਂ ਉਹਨਾਂ ਨੂੰ ਪ੍ਰਧਾਨ ਬਣਾਇਆ, ਸਾਰੇ ਅਗੇਂਸਟ ਸੀ। ਇੱਕ MC ਉਹਨਾਂ ਦੇ ਨਾਲ ਹੁੰਦਾ ਸੀ, ਪ੍ਰਧਾਨ ਹੀ ਮੈਂ ਬਣਾਇਆ। ਜਿਸ ਬੰਦੇ ਨੂੰ ਮੈਂ ਬਣਾਇਆ ਹੋਊਗਾ ਤੇ ਮੈਂ ਉਹਦੇ ਅਗੇਂਸਟ ਤਾਂ ਨਹੀਂ ਬੋਲੂੰਗੀ ਨਾ, ਮੈਂ ਉਹਨੂੰ ਬੁਰਾ ਤਾਂ ਨਹੀਂ ਕਹੂੰਗੀ ਨਾ, ਕਿਉਂਕਿ ਜਿਸ ਬੰਦੇ ਨੂੰ ਮੈਂ ਬਣਾ ਕਰਕੇ ਲੈ ਕੇ ਆਈ ਹਾਂ ਪ੍ਰਧਾਨ, ਉਸ ਟਾਈਮ ਮੈਂ ਕੈਪਟਨ ਸਾਹਿਬ ਦੇ ਨਾਲ, ਉਦੋਂ CM ਸੀ, ਮੈਂ OSD ਸੀ ਉਹਨਾਂ ਦੇ ਨਾਲ, ਤੇ ਉਹਨਾਂ ਨੂੰ ਬਣਾਇਆ। ਤੇ ਮੈਂ ਅੱਜ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਮੇਰੇ ਹੱਥੀ ਬਣਿਆ ਹੋਵੇ ਤਾਂ ਉਹਨੂੰ ਮੈਂ ਗਲਤ ਤਾਂ ਨਹੀਂ ਕਹੂੰਗੀ ਵੀ ਉਹ ਬੰਦਾ ਗਲਤ ਹੈਗਾ। ਜਦੋਂ ਤੁਸੀਂ ਆਏ ਹੋ BJP CM ਚੰਨੀ ਦਾ ਕੋਈ ਫੋਨ ਆਇਆ ਕਿ ਤੁਸੀਂ ਕਿਉਂ ਜਾ ਰਹੇ ਹੋ? ਉਹ ਸਾਡੀ ਬਾਤ ਕੋਈ ਫੋਨ ਨਹੀਂ ਉਹਦਾ ਆਇਆ, ਮੈਨੂੰ ਹੋਰ ਲੋਕਾਂ ਦੇ ਆਏ ਨੇ। ਤੁਸੀਂ ਯਕੀਨ ਮੰਨੋਗੇ ਮੈਨੂੰ ਈਵਨ ਦਿੱਲੀ ਤੋਂ ਮੈਨੂੰ ਕਿਸੇ ਸੀਨੀਅਰ ਲੀਡਰ ਦਾ ਫੋਨ ਆਇਆ ਕਿ ਮੈਡਮ ਬਹੁਤ ਜਲਦੀ ਕਰ ਦੀ ਆਪਨੇ, ਉਹਨਾਂ ਨੇ ਕਿਹਾ।
ਔਰ ਕਈਆਂ ਦੇ ਮੈਨੂੰ ਫੋਨ ਮਤਲਬ ਕਿ ਆਏ ਨੇ ਕਿ ਤੁਸੀਂ ਹਾਲੇ ਵੀ ਸੋਚ ਲਓ। ਮੈਂ ਕਿਹਾ ਨਹੀਂ, ਜਿਹੜਾ ਇੱਕ ਵਾਰੀ ਕਦਮ ਚੁੱਕ ਲਿਆ। ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਦੇਖਦੇ ਹੋ? ਨਵਜੋਤ ਸਿੰਘ ਸਿੱਧੂ ਦਾ ਰੋਲ ਕਿਵੇਂ ਦੇਖਦੇ ਹੋ ਕਾਂਗਰਸ ਦੇ ਵਿੱਚ, ਕਿ ਉੱਚ ਪੱਧਰ ਤੇ ਲੈ ਕੇ ਜਾ ਰਹੇ ਨੇ ਕਾਂਗਰਸ ਨੂੰ? ਉਹ ਵੀ ਮਤਲਬ ਤੁਸੀਂ ਮੇਰੇ ਕੋਲ ਇਹ ਚੀਜ਼ ਪੁੱਛ ਰਹੇ ਹੋ ਤੇ ਮੈਂ ਕਾਂਗਰਸ ਤੋਂ ਇਹ ਚੀਜ਼ ਕਹੂੰਗੀ ਕਿ ਪਹਿਲਾਂ ਕਾਂਗਰਸ ਦਾ ਕਲਚਰ ਸਮਝਣ ਦੀ ਜ਼ਰੂਰਤ ਆ ਉਹਨਾਂ ਨੂੰ। ਬਸ ਮੈਂ ਇੱਕੋ ਗੱਲ ਕਹੂੰਗੀ। ਉਹ ਕਹਿੰਦੇ ਕਿ ਪੰਜਾਬ ਦੀ ਗੱਲ ਕਰਦਾ, ਪੰਜਾਬ ਨੂੰ ਬਦਲਣ ਦੀ ਗੱਲ ਕਰਦਾ। ਮੈਂ ਪਹਿਲੇ ਕਹੂੰਗੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਕਾਂਗਰਸ ਦਾ ਕਲਚਰ ਸਮਝ ਲੈਣ, ਵਰਕਰਸ ਨੂੰ ਦੇਖਣ, ਕਿਹੜੇ ਵਰਕਰ ਕੰਮ ਕਰਨ ਵਾਲੇ ਨੇ, ਕਿਹੜੇ ਨਹੀਂ ਹੈਗੇ ਨੇ। ਤਦੀ ਮਾਡਲ ਬਣੇਗਾ ਜੇ ਤੁਹਾਡੇ ਵਰਕਰਸ ਤੁਹਾਡੇ ਨਾਲ ਨੇ। ਜੇ ਤੁਸੀਂ ਵਰਕਰਸ ਹੀ ਸੁਣ ਰਹੇ ਹੋ, ਵਰਕਰਸ ਨੂੰ ਐਨ ਪੂਰਾ ਤੁਹਾਡੇ ਦੇ ਉੱਪਰ ਹੋ ਰਿਹਾ, ਤਦੇ ਤੁਸੀਂ ਸਾਰਾ ਕੁਝ ਅੱਗੇ ਵੱਧ ਕੇ ਕੰਮ ਕਰ ਸਕਦੇ ਹੋ। ਹਲਕਾ ਖੜ ਦੇ ਵਿੱਚ ਜਗਮੋਹਨ ਸਿੰਘ ਕੰਗ ਦੇ ਕੀਤੇ ਹੋਏ ਕੰਮਾਂ ਤੋਂ ਕਿਹੜੇ ਤੋਂ ਖੁਸ਼ ਨਹੀਂ ਤੁਸੀਂ? ਕਿਹੜੇ ਕੰਮ ਨਹੀਂ ਕੀਤੇ ਹੁਣ ਤੱਕ? ਤੁਸੀਂ ਦੱਸ ਦਿਓ ਕਿਹੜੇ ਨਹੀਂ ਕੀਤੇ। ਮੈਂ ਤੇ ਕਹਿੰਦੀ ਕੰਮ ਕੀਤੇ ਕਿਹੜੇ ਨੇ, ਇਹ ਦੱਸੋ ਪਹਿਲਾਂ ਮੈਨੂੰ। ਕੰਮ ਕੀਤੇ ਕਿਹੜੇ ਨੇ? ਉਹ ਤਾਂ ਕਹਿੰਦੇ ਪੁਲ ਲਾਇਆ, ਪੜੌਲ ਵਾਲਾ ਪੁਲ ਲਾਇਆ, ਖਿਜ਼ਰਾਬਾਦ ਦਾ ਪੁਲ ਲਾਇਆ, ਮੈਂ ਉਹ ਕੰਢੀ ਏਰੀਏ ਦੇ ਪਿੰਡਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਨੇ। ਤੁਸੀਂ ਕਹਿੰਦੇ ਕੰਮ ਨਹੀਂ ਕੀਤੇ। ਜਿਸ ਵਕਤ ਕੈਪਟਨ ਸਾਹਿਬ ਨੇ ਸਰਕਾਰ ਬਣੀ ਸੀਗੀ ਨਾ, ਉਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਹਲਕਿਆਂ ਦੇ ਵਿੱਚ ਕੋਈ ਹਲਕਾ ਇੰਚਾਰਜ ਨਹੀਂ ਹੈਗੇ। ਜਿਹੜੇ ਤਾਂ ਜਿੱਥੇ ਤਾਂ ਐਮਐਲਏ ਸੀਗੇ ਉਹ ਤਾਂ ਆਪਣਾ ਕੰਮ ਕਰਵਾਉਂਦੇ ਸੀਗੇ। ਜਿੱਥੇ ਐਮਐਲਏ ਨਹੀਂ ਸੀਗੇ ਉੱਥੇ ਦੀਆਂ ਜ਼ਰੂਰਤਾਂ ਨੂੰ ਡੀਸੀ ਔਰ ਐਸਡੀਐਮ ਦੇ ਥਰੂ ਦੇਖੀਆਂ ਜਾਂਦੀਆਂ ਸੀ। ਉਹਨਾਂ ਕੋਲ ਰਿਪੋਰਟ ਲਿੱਤੀ ਜਾਂਦੀ ਸੀ ਕਿ ਤੁਸੀਂ ਇਸ ਚੀਜ਼ ਨੂੰ ਕਰਾਓ। ਤੇ ਜੇ ਜਾ ਕੇ ਹੁਣ ਮੇਰੇ ਵਰਗੀ ਨੇ ਵੀ ਜਾ ਕੇ ਮਨੀਸ਼ ਤਿਵਾੜੀ ਜੀ ਨੂੰ ਕਹਿ ਕੇ ਸੜਕਾਂ 2 ਕਰਵਾ ਲਈਆਂ ਨੇ, ਤੇ ਜਾ ਕੇ ਉਹਦਾ ਸੜਕਾਂ ਤਾਂ ਉਹਨਾਂ ਨੇ ਪਾਸ ਕਰਵਾਤੀਆਂ ਨੇ, ਤੇ ਉਹਨਾਂ ਨਵਾਂ ਗਰਾਊਂਡ ਦੇ ਵਿੱਚ ਵੀ ਕਈ ਕੰਮ ਕਰਵਾਤੇ ਨੇ ਕਹਿਣ ਦੇ ਉੱਪਰ। ਉਹਨਾਂ ਨੇ ਈਵਨ ਜਯੰਤੀ ਮਾਜਰੀ ਦੇ ਵਿੱਚ ਜਿਹੜੀ ਸੜਕ ਦਾ ਸੀਗਾ ਮਾਤਾ ਦੇ ਜਾਣ ਵਾਸਤੇ ਆ, ਉਹ ਵੀ ਮਨੀਸ਼ ਤਿਵਾੜੀ ਜੀ ਨੂੰ ਕਹਿ ਕੇ ਕਰਾਈ। ਜੇ ਜਾ ਕੇ ਜਦੋਂ ਰਿਬਨ ਕੱਟਣ ਦੀ ਵਾਰੀ ਤੇ ਕੰਗ ਸਾਹਿਬ ਖੜੇ ਹੋ ਜਾਂਦੇ ਨੇ, ਜਾ ਕੇ ਕਹਿੰਦੇ ਨੇ ਕਿ ਅਸੀਂ ਵੀ ਕਹਿੰਦੇ ਚੱਲ ਕੋਈ ਗੱਲ ਨਹੀਂ ਕਰਨ ਦਿਓ ਜੀ। ਮੈਨੂੰ ਤਾਂ ਕਹਿੰਦੇ ਮੈਂ ਤਾਂ ਪਾਰਟੀ ਚੋਂ ਕੱਢੀ ਹੋਈ ਆ ਵੀ ਪਾਰਟੀ ਦੇ ਵਿੱਚੋਂ ਕੱਢਿਆ ਹੋਇਆ ਮਿਸਿਸ ਗਰਚਾ ਨੂੰ। ਤੇ ਮਿਸਿਸ ਗਰਚਾ ਨੂੰ ਜੇ ਪਾਰਟੀ ਚੋਂ ਕੱਢਿਆ ਸੀਗਾ ਤੇ ਫਿਰ 2019 ਦੀ ਮਨੀਸ਼ ਤਿਵਾੜੀ ਦੀ ਇਲੈਕਸ਼ਨ ਕਿਹਨੇ ਲੜਾਈ ਸੀ ਅੱਗੇ ਹੋ ਕੇ? ਉਦੋਂ ਮਿਸਿਸ ਗਰਚਾ ਨੇ ਲੜਾਈ ਸੀ ਨਾ। ਉਦੋਂ ਇਹੀ ਕਹਿੰਦੇ ਸੀ ਨਾ ਵੀ ਸਾਰੇ ਬੰਦੇ ਬੈਠੇ ਨੇ, ਤਾਂ ਮਨੀਸ਼ ਤਿਵਾੜੀ ਦੇ ਬਾਰ-ਬਾਰ ਕੈਪਟਨ ਸਾਹਿਬ ਕੋਲ ਜਾ ਕੇ ਕਹਿੰਦੇ ਸੀਗੇ ਕਿ ਕਰੋ, ਮਿਸਿਸ ਗਰਚਾ ਨਹੀਂ ਉੱਠ ਰਹੀ, ਇਹਨੂੰ ਉਠਾਓ। ਤੇ ਜਦੋਂ ਫੋਨ ਗਿਆ ਤਾਂ ਉਠਾਏ। ਤਾਂ ਉਦੋਂ ਫਿਰ ਮੈਂ ਕਿੱਥੇ ਸੀਗੀ? ਉਦੋਂ ਤਾਂ ਮੈਂ ਹੀ ਕਹਾਂ, ਉਦੋਂ ਕਹਿੰਦੇ ਕਿ ਮਿਸਿਸ ਗਰਚਾ ਨਹੀਂ ਹੈ, ਮੈਂ ਤਾਂ ਘਰ ਬੈਠ ਗਿਆ, ਜਾਂ ਤਾਂ ਇਹ ਕਰੂਗੀ ਜਾਂ ਮੈਂ ਕਰੂੰਗਾ। ਤੇ ਜੇ ਜਾ ਕੇ ਗਵਰਨਮੈਂਟ ਦੇ ਕੰਮ ਕੀਤੇ ਹੋਏ ਦੇ ਉੱਪਰ ਜਾ ਕਰਕੇ ਰਿਬਨ ਕੱਟਣ ਲੱਗ ਜਾਣਾ, ਤੇ ਉਹ ਤਾਂ ਇਹਨਾਂ ਕਹਿੰਦੇ ਨੇ ਵੀ ਚੀਚੀ ਦੇ ਉੱਪਰ ਲਗਾ ਕੇ ਕਹਿੰਦਾ ਮੈਂ ਤਾਂ ਸ਼ਹੀਦ ਹੋ ਗਿਆ। ਉਹ ਚੀਜ਼ ਤਾਂ ਨਹੀਂ ਨਾ ਹੈ। ਕਹਿੰਦਾ ਹਰ ਵਾਰੀ ਇਹ ਕਿਹਾ ਜਾਂਦਾ ਹੈ ਕਿ ਕਹਿੰਦਾ ਜੇ ਪਾਰਟੀ ਬਦਲਣ ਦੇ ਨਾਲ ਕਹਿੰਦਾ ਹਰ ਇਨਸਾਨ ਦਾ ਗਰੋਥ ਘਟ ਜਾਂਦਾ ਹੈ। ਤੁਹਾਨੂੰ ਲੱਗਦਾ ਹੀ ਘਟਿਆ ਬੀਜੇਪੀ 'ਚ ਆ ਕੇ? ਮੈਂ ਤਾਂ ਨਹੀਂ ਹਾਲ ਤੱਕ ਸੋਚਿਆ ਕਿ ਘਟਿਆ। ਤੁਹਾਡੇ ਵਰਕਰਾਂ ਨੇ, ਜਿਹੜੇ ਤੁਹਾਡੇ ਪੱਕੇ ਵਰਕਰ ਨੇ ਹਲਕਾ ਖੜਦੇ, ਉਹਨਾਂ ਨੇ ਕਿਤੇ ਨਾ ਕਿਤੇ ਗੱਲ ਬੈਠਾ ਜੋਸ਼ੀ ਬੈਠਾ ਉਹ ਸਾਹਮਣੇ, ਪੁੱਛੋ ਤੁਸੀਂ ਖੁਦ, ਤੁਸੀਂ ਪੱਤਰਕਾਰ ਹੋ, ਤੁਸੀਂ ਮੁੱਲਾਪੁਰ ਦੇ ਰਹਿਣ ਵਾਲੇ, ਤੁਸੀਂ ਦੱਸੋ ਪਹਿਲਾਂ ਮੈਨੂੰ ਕੀ ਹੈ। ਇੱਕ ਮਿੰਟ ਮੈਂ ਤੁਹਾਡੇ ਪ੍ਰਸ਼ਨ ਕਰਦੀ ਹਾਂ। ਇਹ ਤਾਂ ਸਵਾਲ ਕਰਨੇ ਨੇ, ਤਾਂ ਲੋਕਾਂ ਦੇ ਸਵਾਲ ਨੇ। ਇਸ ਟਾਈਮ ਤੁਸੀਂ ਭੁੱਲ ਜਾਓ ਬੇਟਾ ਕਿ ਤੁਸੀਂ ਪੱਤਰਕਾਰ ਹੋ। ਤੁਸੀਂ ਇੱਕ ਐਜ਼ ਏ ਮੁੱਲਾਪੁਰ ਦਾ ਵਸਨੀਕ ਹੈਗੇ ਹੋ। ਉਹਨੂੰ ਕਹਿੰਦੇ ਕਿ ਮੈਂ ਪਕੜਦੀ ਹਾਂ ਤੇ ਮੈਂ ਤੁਹਾਨੂੰ ਪ੍ਰਸ਼ਨ ਕਰਦੀ ਹਾਂ ਕਿ ਬੀਇੰਗ ਏ ਮੁੱਲਾਪੁਰ ਦਾ ਵਸਨੀਕ ਤੁਸੀਂ ਦੱਸੋ ਮੈਨੂੰ। ਇਹ ਤਾਂ ਤੁਹਾਡੇ ਸਪੋਰਟਰ ਨੇ, ਉਹਨਾਂ ਦਾ ਕਹਿਣਾ ਕਿ ਬੀਜੇਪੀ ਦੇ ਉਹ ਵੈਸੇ ਜਿਹੜੇ ਤੁਸੀਂ ਘੁੰਮੇ ਹੋ। ਤੁਹਾਨੂੰ ਗੱਲ ਕਰ ਰਹੀ ਹਾਂ ਬੇਟਾ, ਹੁਣ ਗੱਲ ਨੂੰ ਘੁਮਾਓ ਨਾ। ਇਹਨੂੰ ਹੁਣ ਮੈਂ ਪਕੜ ਕੇ ਤੁਹਾਨੂੰ ਪੁੱਛਦੀ ਹਾਂ ਕਿ ਮੇਰੇ ਬੰਦੇ ਤੁਹਾਨੂੰ ਕੀ ਕਹਿ ਰਹੇ ਨੇ, ਇਹ ਦੱਸੋ, ਇਹ ਜਵਾਬ ਦਿਓ ਮੈਨੂੰ। ਬੀਬੀ ਗਰਚਾ ਹੁਣ ਇਹ ਲੋਕਾਂ ਨੂੰ ਦੱਸ ਦਿਓ, ਤੁਹਾਡੇ ਸਮਰਥਕ ਇਹ ਪੁੱਛਦੇ ਨੇ ਕਿ ਸੀਟ ਮਿਲ ਰਹੀ ਹੈ ਤੁਹਾਨੂੰ? ਕਿਉਂਕਿ ਉਹ ਕਹਿੰਦੇ ਕਿ ਜੇ ਬੀਜੇਪੀ ਜਿਹੜੀ ਨੈਸ਼ਨਲ ਪਾਰਟੀ 'ਚ ਗਏ ਹੋ ਤਾਂ ਸਾਨੂੰ ਕੁਛ ਨਾ ਕੁਛ ਸੁੱਖ ਹੋਏ ਹਲਕਾ ਖੜ ਦੇ ਵਿੱਚ। ਉਹੀ ਕੰਮ ਨਾ ਹੋਏ ਕਾਂਗਰਸ ਦੇ ਨਾਲ, ਕਿਸ ਤਰੀਕੇ ਨਾਲ ਤੁਹਾਨੂੰ ਸੀਟ ਨਹੀਂ ਮਿਲੀ, ਬੀਜੇਪੀ 'ਚ ਇਹੀ ਹਾਲ ਰਹੇ। ਸਾਰੀਆਂ ਗੱਲਾਂ ਸੀਟਾਂ ਨਾਲ ਨਹੀਂ ਹੁੰਦੀਆਂ। ਆਪਾਂ ਨੇ ਉਸ ਤਰੀਕੇ ਨਾਲ ਵੀ ਕੰਮ ਕਰਾਵਾਂਗੇ, ਆਪਾਂ ਉਸ ਨਾਲ ਵੀ ਕੰਮ ਕਰਾਵਾਂਗੇ, ਕਿਉਂਕਿ ਆਪਣੇ ਵਿੱਚ ਹੈਗੀ ਆ, ਮੇਰੇ ਵਿੱਚ, ਮੈਂ ਆਪਣੇ ਉੱਪਰ ਮਾਣ ਮਹਿਸੂਸ ਕਰਦੀ ਹਾਂ ਆਪਣੇ ਬੱਚਿਆਂ ਦੇ ਨਾਲ। ਮੈਂ ਹਲਕਾ ਦੇ ਵਿੱਚ ਜਿੰਨੇ ਵੀ ਨੇ, ਮੈਂ ਕਦੇ ਨਹੀਂ ਕਹਿੰਦੀ ਹੈਗੀ ਕਿ ਜੀ ਮੈਂ ਅੱਗੇ ਹਾਂ। ਮੈਂ ਕਹਿੰਦੀ ਨਹੀਂ, ਮੇਰੇ ਬੱਚੇ ਨੇ ਉਹ। ਔਰ ਮੈਂ ਇੱਕ ਪੁੱਤ ਖੋਇਆ ਸੀ ਤੇ ਮੈਂ ਹਜ਼ਾਰਾਂ ਪੁੱਤ ਪਾਏ ਨੇ। ਮੈਂ ਹਮੇਸ਼ਾ ਕਹਿੰਦੀ ਹਾਂ ਬੱਚੇ ਨੇ ਮੇਰੇ ਨਾਲ, ਜ਼ਿਆਦਾਤਰ ਮੇਰੇ ਨਾਲ ਯੰਗ ਮੁੰਡੇ ਨੇ, ਮੇਰੇ ਭਾਈ ਨੇ, ਮੇਰੇ ਬਜ਼ੁਰਗ ਵੀ ਨੇ ਮੇਰੇ ਨਾਲ। ਐਸੀ ਗੱਲ ਹੀ ਕੰਮ ਕਰਾਵਾਂਗੇ, ਪਹਿਲਾਂ ਵੀ ਕਰਦੇ ਰਹੇ ਹਾਂ, ਹੁਣ ਵੀ ਮੈਂ ਕਰਾਉਂਗੀ। ਇਕੱਲੀ ਟਿਕਟ ਦਾ ਹੀ ਸਭ ਕੁਝ ਨਹੀਂ ਹੈ। ਮੈਂ ਇਹਨਾਂ ਦੇ ਕੋਲ ਕੋਈ ਸ਼ਰਤ ਲਗਾ ਕੇ ਨਹੀਂ ਆਈ। ਅਗਰ ਮੇਰੇ ਵਾਸਤੇ ਜੇ ਬੀਜੇਪੀ ਹਾਈ ਕਮਾਂਡ ਜਿਹੜੀ ਹੈਗੀ ਆ ਉਹ ਉੱਥੋਂ ਦੇਖਦੇ ਨੇ, ਪਤਾ ਕਰਦੇ ਨੇ, ਅਗਰ ਉਹਨਾਂ ਨੂੰ ਮੇਰਾ ਠੀਕ ਲੱਗਦਾ ਆ, ਮੈਨੂੰ ਟਿਕਟ ਦਿੰਦੇ ਨੇ, ਤੇ ਮੈਂ ਆਪਣੇ ਹਜ਼ਾਰਾਂ ਸਾਥੀਆਂ ਦੇ ਨਾਲ ਲੱਗ ਕਰਕੇ ਸਾਰਾ ਕੁਝ ਹੋਏਗਾ ਔਰ ਬੰਦੇ ਜੁਆਇਨ ਕਰਨਗੇ। ਸਭ ਤਿਆਰ ਬੈਠੇ ਆ। ਹਲਕਾ ਖੜ ਦੇ ਵਿੱਚ ਬੀਜੇਪੀ ਦੀ ਕਿਹਦੇ ਨਾਲ ਟੱਕਰ ਹੈ? ਅਕਾਲੀ ਦਲ ਨਾਲ, ਆਮ ਆਦਮੀ ਪਾਰਟੀ ਨਾਲ, ਜਾਂ ਕਿਸ ਨਾਲ? ਕਾਂਗਰਸ ਨਾਲ ਟੱਕਰ ਹੁਣ ਤਾਂ ਅੱਜ ਕੱਲ੍ਹ ਬੀਜੇਪੀ ਨੂੰ ਲੋਕੀ ਹੁਣ ਬੀਜੇਪੀ ਤੋਂ ਡਰ ਰਹੇ ਨੇ ਇਸ ਵੇਲੇ। ਤਾਂ ਟੱਕਰ ਮੈਂ ਤੇ ਕਹਿੰਦੀ ਨਹੀਂ। ਹੁਣ ਤਾਂ ਕਾਂਗਰਸ ਵਾਲੇ ਉਲਟ ਕਹਿ ਰਹੇ ਨੇ, ਹੁਣ ਤਾਂ ਇਹ ਡਰ ਰਹੇ ਨੇ ਕਿ ਵੀ ਬੀਜੇਪੀ ਅੱਗੇ ਆ ਰਹੀ ਹੈ ਬਹੁਤ ਚੜ ਕੇ। ਕਿਉਂਕਿ ਮੈਂ ਪਹਿਲੇ ਕਾਂਗਰਸ ਵਾਲੇ ਉਲਟ ਕਹਿ ਰਹੇ ਨੇ, ਕਹਿੰਦਾ ਕਿ ਸਾਡਾ ਜਿੰਨੇ ਵੀ ਲੋਕ ਛੱਡ ਕੇ ਜਾ ਰਹੇ ਨੇ, ਕਹਿੰਦਾ ਸਾਡਾ ਜਿੰਨੇ ਕਰਪਟ ਬੰਦੇ ਨੇ, ਗੰਦੇ ਬੰਦੇ ਨੇ, ਕਹਿੰਦਾ ਉਹ ਐਕਸੈਪਟ ਕਰ ਰਹੀ ਹੈ, ਕਹਿੰਦਾ ਬੀਜੇਪੀ। ਅੱਛਾ, ਉਹ ਐਕਸੈਪਟ ਕਰੀਏ ਕਿ ਬੀਜੇਪੀ ਦੇ ਕੋਲ ਆਪਣਾ ਕੋਈ ਵਿਜ਼ਨ ਨਹੀਂ, ਕੋਲ ਤਾਂ ਕੈਂਡੀਡੇਟ ਨਹੀਂ ਸੀ। ਕਹਿੰਦਾ ਇਹਨਾਂ ਕੋਲ ਪੰਜਾਬ ਦੇ ਵਿੱਚ ਖੜੇ ਕਰਨ ਵਾਸਤੇ ਉਮੀਦਵਾਰ ਨਹੀਂ, ਤਾਂ ਕਰਕੇ ਕਹਿੰਦਾ ਕਿ ਸਾਡੇ ਕਾਂਗਰਸ ਨੂੰ ਪਟ ਰਹੇ ਨੇ। ਅੱਛਾ, ਇਹ ਉਹਨਾਂ ਦੀ ਸੋਚ ਹੈ ਜੀ, ਉਹ ਆਪਣੀ ਸੋਚ ਦੇ ਨਾਲ ਉਹ ਰੱਖਣ। ਉਹਨਾਂ 'ਚੋਂ ਕਈ ਬੰਦੇ ਐਸੇ ਨੇ ਜਿਹੜੇ ਪਹਿਲਾਂ ਆਪ ਆਏ ਨੇ ਛੱਡ ਕੇ, ਜਿਹੜੇ ਆਪ ਮਤਲਬ ਕਾਂਗਰਸ ਦੇ ਵਿੱਚ ਆਏ ਨੇ। ਜੇ ਕਾਂਗਰਸ ਦੂਜਿਆਂ ਦੇ ਕਿਉਂ ਪਟ ਰਹੀ ਹੈ?
ਇਹ ਤਾਂ ਕਹਿੰਦੇ ਸਾਡੇ ਜਾ ਰਹੇ ਨੇ ਤਾਂ ਉਧਰ ਹੋ ਰਹੀ ਹੈ, ਤੇ ਕਾਂਗਰਸ ਨੇ 5 ਐਮਐਲਏ 6 ਐਮਐਲਏ ਆਪਦੇ ਕਿਉਂ ਲਿੱਤੇ? ਉਹਨਾਂ ਨੂੰ ਜਵਾਬ ਦਿੰਦੇ ਕਿ ਕਿਉਂਕਿ ਉਹਨਾਂ ਕੋਲ ਆਪਣੇ ਬੰਦੇ ਨਹੀਂ ਹੈ। ਆਪਣੇ ਬੰਦੇ ਤੁਸੀਂ ਚਲੋ ਬੀਜੇਪੀ ਨੂੰ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਲੈ ਕੇ ਚਲੇਗੀ, ਬੀਜੇਪੀ ਕੋਈ ਕਿਸੇ ਕੋਲ ਲੈਣ ਨਹੀਂ ਜਾ ਰਹੀ, ਬੀਜੇਪੀ ਕੋਈ ਕਿਸੇ ਨੂੰ ਨਹੀਂ ਕਹਿ ਰਹੀ, ਆਪਣੇ ਆਪ ਆ ਰਹੇ ਨੇ, ਆਪਣੇ ਆਪ ਮਤਲਬ ਕਿ ਇਸ ਦੇ ਪਾਰਟੀ ਦੇ ਅੰਦਰ ਆ ਰਹੇ ਨੇ, ਔਰ ਬੀਜੇਪੀ ਸਾਰਿਆਂ ਨੂੰ ਜੀ ਆਇਆਂ ਬੋਲ ਰਹੀ ਹੈ। ਤੇ ਉਹ ਜੇ ਇਸ ਤਰ੍ਹਾਂ ਦੀ ਗੱਲ ਸੀ ਤਾਂ ਕਾਂਗਰਸ ਨੇ 5 ਐਮਐਲਏ ਕਿਉਂ ਕੀਤੇ? ਰਾਤੀ ਚਰਨਜੀਤ ਚੰਨੀ ਨੇ ਫਿਰੋਜ਼ਪੁਰ ਦਿਹਾਤੀ ਤੋਂ ਜਾ ਕਰਕੇ ਇੱਕ ਮਹਿਲਾ ਦੀ ਟਿਕਟ ਕੱਟ ਕੇ, ਇੱਕ ਐਮਐਲਏ ਦੀ ਟਿਕਟ ਕੱਟ ਕੇ, ਤੇ ਆਪ ਦੇ ਝਾੜੂ ਵਾਲੇ ਤੋਂ ਰਿਜ਼ਾਈਨ ਕਰਾਇਆ, ਰਿਜ਼ਾਈਨ ਕਰਾ ਕੇ ਉਹਨੂੰ ਟਿਕਟ ਦਿੱਤੀ ਹੈ। ਕਿਉਂ? ਜੇ ਤੁਸੀਂ ਉੱਥੇ ਦੇਣੀ ਸੀਗੀ ਟਿਕਟ, ਤੁਹਾਨੂੰ ਲੱਗਿਆ ਵੀ ਉਹ ਹਾਰਦੀ ਪਈ ਆ ਸਤਕਾਰ ਕੌਰ, ਤੁਸੀਂ ਉਹਦੀ ਜਗ੍ਹਾ ਦੇ ਉੱਪਰ ਕਾਂਗਰਸੀ ਕਿਸੇ ਹੋਰ ਨੂੰ ਦਿੰਦੇ। ਉੱਥੇ ਹੋਰ ਕਾਂਗਰਸੀ ਹੈ ਨਹੀਂਗੇ, ਉੱਥੇ ਇੱਕ ਹੋਰ ਵੀ ਹੈਗੇ ਨੇ ਸਾਰੇ, ਤੁਸੀਂ ਕਿਸੇ ਕਾਂਗਰਸੀ ਨੂੰ ਉੱਥੋਂ ਦੇਵੋ ਟਿਕਟ। ਤੁਸੀਂ ਖੁਦ ਨਹੀਂ ਪੱਟਿਆ, ਤੁਸੀਂ ਖੁਦ ਪੱਟ ਕੇ ਲੈ ਕੇ ਆ ਰਹੇ ਹੋ। ਹੁਣ ਕਿਵੇਂ ਦੇਖਦੇ ਹੋ ਪੰਜਾਬ ਦੇ ਬੀਜੇਪੀ ਦੀ ਪੋਜੀਸ਼ਨ? ਲਾਸਟ ਸਵਾਲ ਹੈ ਕਿ ਸਰਕਾਰ ਬਣੇਗੀ? ਬਹੁਤ ਅੱਛੀ ਹੈ, ਸਰਕਾਰ ਬਣਾਉਣਗੇ ਆਪਣੇ ਸਹਿਯੋਗੀਆਂ ਨਾਲ ਮਿਲ ਕਰਕੇ। ਕੈਪਟਨ ਸਾਹਿਬ ਦੀ ਆਪਣੀ ਇੱਕ ਆਪਣੀ ਸ਼ਖਸੀਅਤ ਹੈ। ਕੈਪਟਨ ਸਾਹਿਬ ਨੇ ਜਿਸ ਵਕਤ ਪਾਰਟੀ ਪ੍ਰਧਾਨ ਰਹੇ ਨੇ, ਪਾਰਟੀ ਕਾਂਗਰਸ ਦੇ ਅੰਦਰ ਚੀਫ ਮਿਨਿਸਟਰ ਰਹੇ ਨੇ, ਕੋਈ ਕਿਸੇ ਦਾ ਕੋਈ ਜ਼ਰੂਰਤ ਨਹੀਂ ਸੀ ਹੁੰਦੀ ਕਿਸੇ ਦੀ ਵੀ। ਤੇ ਉਹ ਲਾਸਟ ਵਿੱਚ ਕੀ ਹੋਇਆ, ਕਿੱਦਾਂ ਕੀਤਾ, ਇਹ ਖੁਦ ਸਮਝ ਤੋਂ ਬਾਹਰ ਹੈ। ਕੁਝ ਗਲਤੀਆਂ ਕਿਸੇ ਦੀਆਂ ਵੀ ਹੋ ਸਕਦੀਆਂ ਨੇ, ਪਰ ਹੁਣ ਸਾਰੇ ਮਿਲ ਕਰਕੇ ਬੀਜੇਪੀ ਦੀ ਸਰਕਾਰ ਬਣੇਗੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਹ ਸਨ ਲਖਵਿੰਦਰ ਕੌਰ ਗਰਚਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਜਨਰਲ ਸੈਕਟਰੀ ਵੀ ਰਹੇ ਨੇ, ਜਿਨ੍ਹਾਂ ਦਾ ਵੱਡਾ ਵੋਟ ਬੈਂਕ ਹਲਕਾ ਖੜ ਦੀ ਗੱਲ ਕਰੀਏ ਤਾਂ ਬਾਰ-ਬਾਰ ਕਾਂਗਰਸ ਕੋਲ ਇਹਨਾਂ ਨੇ ਉਮੀਦਵਾਰ ਦੀ ਦਾਅਵੇਦਾਰੀ ਠੋਕੀ ਸੀ, ਪਰ ਕਾਂਗਰਸ ਨੇ ਨਹੀਂ ਪਰਖਿਆ ਕਿ ਇੱਕ ਵਾਰ ਸੀਟ ਦਈਏ ਹਲਕਾ ਖੜ ਤੋਂ ਕਿ ਜਿੱਤੇ ਜਾਂ ਹਾਰਦੇ ਨੇ ਜਾਂ ਕੰਮ ਸਵਾਰਦੇ ਨੇ। ਪਰ ਇਹਨਾਂ ਨੇ ਉਸ ਰੋਸ ਦੇ ਵਿੱਚ ਜਿਹੜਾ ਬੀਜੇਪੀ ਜੁਆਇਨ ਕੀਤੀ ਆ। ਹੁਣ ਬੀਜੇਪੀ ਦੇਖਦੇ ਆ ਵੱਡੇ ਵਿਚੇਰੇ ਹਲਕਾ ਖੜ ਤੋਂ ਗਏ ਨੇ ਬੀਜੇਪੀ ਵਿੱਚ, ਭਾਵੇਂ ਅਰਜਨ ਸਿੰਘ ਕਾਂਸਲ ਦੀ ਗੱਲ ਕਰੀਏ ਜਾਂ ਫਿਰ ਬੀਬੀ ਗਰਚਾ ਦੀ। ਹੁਣ ਟਿਕਟ ਕਿਸ ਨੂੰ ਮਿਲਦੀ ਹੈ, ਵੱਡੇ ਸਵਾਲ ਨੇ। ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ। ਤੁਹਾਡੇ ਨਾਲ ਕੈਮਰਾਮੈਨ ਮਨੋਜ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼ ਚੰਡੀਗੜ੍ਹ।